ਦੋਸਤੋ ਕੈਨੇਡਾ ਦੀ ਪੀਆਰ ਦਾ ਸੁਪਨਾ ਬਹੁਤ ਲੋਕੀ ਲੈ ਰਹੇ ਨੇ, ਪਰ ਇਹ ਸੁਪਨਾ ਬਹੁਤ ਹੀ ਘੱਟ ਪੂਰਾ ਕਰ ਪਾ ਰਹੇ ਨੇ। ਇੱਦਾਂ ਦੀ ਹੀ ਇੱਕ ਐਗਜ਼ਾਮਪਲ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗਾ, ਜਿਨ੍ਹਾਂ ਦਾ ਨਾਮ ਆ ਗੁਰਚਰਨ ਸਿੰਘ। ਗੁਰਚਰਨ ਇੱਕ ਵੈਬ ਡਿਵੈਲਪਰ ਆ ਅਤੇ ਅੱਜ ਉਹ ਮੇਰੇ ਨਾਲ ਆਪਣੀ ਕੈਨੇਡਾ ਪੀਆਰ ਦੀ ਜਰਨੀ ਡਿਸਕਸ ਕਰਨਗੇ ਅਤੇ ਆਪਣਾ ਪੂਰਾ ਪ੍ਰੋਸੈਸ ਸਮਝਾਉਣਗੇ ਕੀ ਰਿਕੁਆਇਰਡ ਡਾਕੂਮੈਂਟਸ ਆ, ਉਹਨਾਂ ਦਾ ਫਾਰਮੈਟ ਅਤੇ ਹੋਰ ਇਨਫੋਰਮੇਸ਼ਨ ਜਿਹੜੇ ਲਈ ਤੁਹਾਨੂੰ ਅਵੇਅਰ ਰਹਿਣਾ ਜ਼ਰੂਰੀ ਆ, ਤਾਂ ਕਿ ਤੁਸੀਂ ਆਪਣਾ ਟਾਈਮ ਅਤੇ ਪੈਸੇ ਬਚਾ ਸਕੋ। ਲੋ ਠੀਕ ਆ, ਫਿਰ ਆਪਾਂ ਆਪਣਾ ਇੰਟਰਵਿਊ ਸਟਾਰਟ ਕਰਦੇ ਹਾਂ ਅਤੇ ਆਪਾਂ ਸਾਰਾ ਕੁਝ ਡਿਸਕਸ ਕਰਾਂਗੇ ਸਟੈਪ ਬਾਏ ਸਟੈਪ। ਅਤੇ ਸਭ ਤੋਂ ਪਹਿਲਾਂ ਇਹ ਆਪਣੇ ਬਾਰੇ ਦੱਸਣਗੇ ਆਪਾਂ ਨੂੰ। ਸੋ ਜਿੱਦਾਂ ਕਿ ਗੁਰਸਿਮਰਨ ਨੇ ਦੱਸਿਆ, ਕੈਨੇਡਾ ਦੀ ਪੀਆਰ ਮੇਰੇ ਖਿਆਲ ਪੰਜਾਬੀਆਂ ਲਈ, ਸਾਰਿਆਂ ਲਈ ਇੱਕ ਡਰੀਮ ਹੀ ਹੁੰਦਾ। ਅੱਜ ਕੱਲ੍ਹ ਹਰ ਪੰਜਾਬੀ ਕੋ ਇਹੀ ਚਾਹੁੰਦਾ ਕਿ ਆਪਾਂ ਕੈਨੇਡਾ 'ਚ ਮੂਵ ਹੋ ਜਾਈਏ ਕਿਸੇ ਨਾ ਕਿਸੇ ਤਰ੍ਹਾਂ। ਸੋ ਪਿਛਲੇ 2 ਸਾਲਾਂ 'ਚ ਮੈਂ ਇੱਕ ਚੀਜ਼ ਬਹੁਤ ਸਿੱਖੀ ਹੈ ਕਿ ਅਗਰ ਤੁਸੀਂ ਕੋਈ ਡਰੀਮ ਸੋਚਦੇ ਹੋ, ਤੁਹਾਡੇ ਦਿਮਾਗ 'ਚ ਕੋਈ ਡਰੀਮ ਹੈਗਾ, ਕੋਈ ਏਮ ਹੈਗੀ ਆ, ਤੁਸੀਂ ਉਹਦੇ ਲਈ ਹੱਥ ਧੋ ਕੇ ਨਹੀਂ, ਸਿਰ ਪਿੰਡੇ ਨਹਾ ਕੇ ਮਗਰ ਪੈ ਜਾਓ, ਤਾਂ ਜਦ ਤੱਕ ਤੁਸੀਂ ਅਚੀਵ ਨਹੀਂ ਕਰ ਸਕਦੇ। ਸੋ ਅੱਜ ਆਪਾਂ ਇਹੀ ਡਿਸਕਸ ਕਰਾਂਗੇ ਕਿ ਕਿੱਦਾਂ ਆਇਲਟਸ ਤੋਂ ਲੈ ਕੇ ਤੁਹਾਨੂੰ ਵੀਜ਼ਾ ਲੱਗ ਜਾਂਦਾ ਪਾਸਪੋਰਟ 'ਤੇ, ਉਹ ਮੇਰੀ ਸਾਰੀ ਜਰਨੀ ਆਪਾਂ ਡਿਸਕਸ ਕਰਾਂਗੇ ਸਟੈਪ ਬਾਏ ਸਟੈਪ। ਕਦੋਂ ਤੋਂ ਸੋਚਿਆ ਜਾਣ ਬਾਰੇ ਬਾਹਰ, ਕਿਹੜੇ ਈਅਰ 'ਚ? ਵੈਲ ਮੇਰਾ ਕੋਈ ਪਲਾਨ ਨਹੀਂ ਸੀਗਾ ਕਿ ਕਿੱਦਾਂ ਕਰਨਾ, ਕਿਵੇਂ, ਮਤਲਬ ਆਇਲਟਸ ਕੀ ਹੁੰਦੀ ਹੈ, ਪੀਆਰ ਕੀ ਹੁੰਦੀ, ਕੈਨੇਡਾ ਦੀ ਪੀਆਰ ਕਿੱਦਾਂ ਲੈਂਦੇ ਆ, ਕੁਛ ਪ੍ਰੋਸੈਸ ਨਹੀਂ ਪਤਾ ਸੀਗਾ। ਫਿਰ ਮੇਰਾ ਇੱਕ ਫਰੈਂਡ ਹੈਗਾ ਗੁਰਪ੍ਰਤਾਪ, ਉਹ ਹੁਣ ਵੈਨਕੂਵਰ 'ਚ ਹੀ ਆ, ਸਰੀ 'ਚ ਬੈਠਾ। ਉਹਨੇ ਮਤਲਬ ਉਹ ਜਦੋਂ ਗਿਆ ਸੀਗਾ, ਉਹਨੇ ਪੇਪਰ ਬੇਸਡ ਫਾਈਲ ਲਾਈ ਸੀਗੀ। ਫਿਰ ਮੈਂ ਸੋਚਿਆ ਕਿ ਯਾਰ ਇਸ ਬੰਦੇ ਨੇ ਪੇਪਰ ਬੇਸਡ ਫਾਈਲ ਲਗਾਈ ਆ। ਫਿਰ ਮੈਂ ਥੋੜ੍ਹੀ ਰਿਸਰਚ ਕੀਤੀ, ਫੇਸਬੁੱਕ 'ਤੇ ਕਾਫੀ ਗਰੁੱਪ ਬਣੇ ਹੋਏ ਆ, ਐਕਸਪ੍ਰੈਸ ਐਂਟਰੀ ਲਾਅ, ਆਸਕ ਕੁਬੇਰ ਨਾਂ ਦੇ, ਅਸੀਂ ਲਿੰਕ ਡਿਸਕ੍ਰਿਪਸ਼ਨ ਪਾ ਦਾਂਗੇ ਉਹ ਗਰੁੱਪ ਦੇ। ਉਹ ਗਰੁੱਪ ਜੁਆਇਨ ਕਰ ਲਓ। ਮੈਂ ਵੀ ਐਜ਼ ਆ ਫਰੈਸ਼ਰ ਜੁਆਇਨ ਕੀਤਾ ਸੀਗਾ ਗਰੁੱਪ। ਤੁਹਾਨੂੰ ਹਰ ਚੀਜ਼ ਦੀ ਗਾਈਡੈਂਸ ਮਿਲ ਜਾਂਦੀ ਹੈ ਫ੍ਰੀ ਆਫ ਕੋਸਟ। ਅਤੇ ਆਇਲਟਸ ਦੀ ਜਰਨੀ, ਮਤਲਬ ਸਭ ਤੋਂ ਪਹਿਲਾਂ ਤੁਹਾਨੂੰ 2 ਚੀਜ਼ਾਂ ਚਾਹੀਦੀਆਂ। ਪਹਿਲੀ ਗੱਲ ਤਾਂ ਪਹਿਲਾਂ ਆਪਣਾ CRS ਟੂਲ ਇੱਕ ਹੈਗਾ, ਗੂਗਲ 'ਤੇ ਜਾਓ, CRS ਟੂਲ ਕਰਕੇ ਸਰਚ ਕਰੋਗੇ, ਪਹਿਲਾ ਲਿੰਕ ਖੁੱਲੂਗਾ। CIC ਦੀ ਓਫੀਸ਼ੀਅਲ ਵੈਬਸਾਈਟ ਆ, CRS ਟੂਲ ਉਹਦਾ ਨਾਮ ਆ। ਉੱਥੇ ਜਾ ਕੇ ਆਪਣਾ CRS ਸਕੋਰ ਕੈਲਕੂਲੇਟ ਕਰੋ। ਜਿੱਦਾਂ ਕਿ ਭਾਈ ਨੇ ਦੱਸਿਆ ਕਿ ਸਟੈਪ 1 ਹੈਗਾ CRS ਸਕੋਰ ਕੈਲਕੂਲੇਟ ਕਰਨਾ। ਉਹ ਤੁਹਾਨੂੰ ਮੈਂ ਇੱਕ ਸੈਂਪਲ ਕਰਕੇ ਦਿਖਾ ਦੂੰਗਾ ਕਿ ਤੁਸੀਂ ਕਿੱਦਾਂ ਕੈਲਕੂਲੇਟ ਕਰ ਸਕਦੇ ਆ। ਅਤੇ ਠੀਕ ਹੈ, ਉਹ ਕੈਲਕੂਲੇਟ ਹੋ ਗਿਆ। ਮੰਨ ਲਓ ਤੁਸੀਂ ਹੁਣ ਆਪਣਾ CRS ਸਕੋਰ ਕੈਲਕੂਲੇਟ ਕਰ ਲਿਆ, ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀਗਾ। ਉਸ ਤੋਂ ਬਾਅਦ ਨੈਕਸਟ ਸਟੈਪ, ਭਾਈ ਨੈਕਸਟ ਸਟੈਪ ਕੀ ਹੈ? ਨੈਕਸਟ ਸਟੈਪ ਕੀ ਹੁੰਦਾ ਉਸ ਤੋਂ ਬਾਅਦ? ਮੰਨ ਲਓ ਤੁਹਾਡਾ CRS ਅੱਜ ਕੱਲ੍ਹ ਕੀ ਆ, ਹੁਣ ਇੱਕ ਗੱਲ ਮੈਂ ਤੁਹਾਨੂੰ ਹੋਰ ਸ਼ੇਅਰ ਕਰਦਾ। ਜਦੋਂ ਆਪਾਂ CRS ਸਕੋਰ ਕੈਲਕੂਲੇਟ ਕਰਦੇ ਹਾਂ ਨਾ, ਹਰ ਸਾਲ ਡਰॉ ਨਿਕਲਦੇ ਨੇ ਕੈਨੇਡਾ ਦੀ ਫਾਈਲ ਦੇ ਲਈ, ਅਤੇ CRS ਸਕੋਰ ਘੱਟਦਾ ਵੱਧਦਾ ਰਹਿੰਦਾ ਆ। ਹਾਂਜੀ, CRS ਸਕੋਰ ਦੀ ਵੀ ਆਪਾਂ CIC ਦੀ ਵੈਬਸਾਈਟ 'ਤੇ ਤੁਸੀਂ ਮਤਲਬ ਚੈੱਕ ਕਰ ਸਕਦੇ ਹੋ। ਹਰ ਮਹੀਨੇ ਦੇ ਵਿੱਚ ਵੈਡਨਸਡੇ ਡਰॉ ਨਿਕਲਦਾ, 2 ਡਰॉ ਨਿਕਲਦੇ ਜਾਂਦੇ, ਇੱਕ ਪਹਿਲੇ ਵੈਡਨਸਡੇ, ਇੱਕ ਲਾਸਟ ਵਾਲੇ ਵੈਡਨਸਡੇ। ਲਾਸਟ ਜਿਹੜਾ CRS ਡਰॉ ਸੀਗਾ 469 ਦਾ ਸੀਗਾ, ਔਰ ਜਦੋਂ ਮੇਰੀ ਫਾਈਲ ਪਿਕਅਪ ਹੋਈ ਸੀਗੀ ਪੂਲ ਦੇ ਵਿੱਚੋਂ, ਉਦੋਂ ਸੀਗਾ 451। ਕਦੋਂ ਹੋਈ ਸੀਗੀ?
ਇਹ ਸੀਗੀ ਅਪ੍ਰੈਲ ਦੇ ਵਿੱਚ, ਅਪ੍ਰੈਲ 2000 ਅਪ੍ਰੈਲ 2019 ਮੈਨੂੰ ਇਨਵੀਟੇਸ਼ਨ ਆ ਗਿਆ ਸੀ, ITA ਕਹਿੰਦੇ ਉਹਨੂੰ। ਤੇ ਤੁਹਾਡੇ ਸਕੋਰ ਕਿੰਨੇ ਬਣੇ ਸੀ ਉਦੋਂ? ਮੇਰੇ ਸਕੋਰ ਬਣਦੇ ਸੀ 456 456 456 ਤੇ ਠੀਕ ਹੈ। ਫਿਰ IELTS ਤੋਂ 8777 ਚਾਹੀਦੇ ਹੀ ਚਾਹੀਦੇ ਆ, 8777 ਆਈ ਰਿਪੀਟ ਕਿ 8777 ਤੋਂ ਘੱਟ ਬਿਲਕੁਲ ਨਹੀਂ ਆਉਣੇ ਚਾਹੀਦੇ। ਠੀਕ ਤੇ ਵਰਕ ਐਕਸਪੀਰੀਅੰਸ 3 ਸਾਲ ਤੋਂ ਉੱਪਰ ਹੋਣਾ ਚਾਹੀਦਾ, ਠੀਕ ਬਸ ਮੇਨ ਰਿਕੁਆਇਰਮੈਂਟਸ ਇਹੀ ਹੈ। ਜਿੱਦਾਂ ਕਿ ਮੇਨ ਰਿਕੁਆਇਰਮੈਂਟ ਦੱਸੀਆਂ ਕਿ ਸਭ ਤੋਂ ਪਹਿਲਾਂ ਦਾ CRS ਸਕੋਰ ਆਪਾਂ ਚੈੱਕ ਕਰ ਲਿਆ, ਤੇ ਉਹਦੇ ਵਿੱਚ ਤੁਸੀਂ ਆਪਣੀ ਮਾਸਟਰ ਕੀਤੀ ਹੋਈ ਆ ਜਾਂ ਤੁਸੀਂ PhD ਕੀਤੀ, ਇਹਦੇ ਪੁਆਇੰਟਸ ਵੇਰੀ ਕਰਦੇ ਰਹਿਣਗੇ। ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਇਵੈਲੂਏਸ਼ਨ ਦੀ। ਡਿਫਰੈਂਟ ਆਰਗੇਨਾਈਜੇਸ਼ਨ ਇਵੈਲੂਏਟ ਕਰਦੀਆਂ ਨੇ, ਜਿਵੇਂ ਕਿ ਐਗਜ਼ਾਮਪਲ ਦੇ ਤੌਰ ਤੇ ਇੱਕ ਤਾਂ ਹੈਗੀ ਆ ਵੈਸ ਕਰਦੀ ਇਵੈਲੂਏਟ। ਉਸ ਤੋਂ ਬਾਅਦ 2-3 ਆਰਗੇਨਾਈਜੇਸ਼ਨ ਹੋਰ ਨੇ ਜਿਹਨਾਂ ਬਾਰੇ ਗੁਰਚਰਨ ਸਰ ਆਪ ਨੂੰ ਦੱਸਣਗੇ। ਦੱਸੋ ਕਿਹੜੀਆਂ ਹੈਗੀਆਂ, ਤੁਹਾਨੂੰ ਹੈ ਆਈਡੀਆ? ਵੈਲ ਅਗਰ ਆਪਾਂ ਕਿਸੇ ਏਜੰਟ ਕੋਲੇ ਵੀ ਜਾਂਦੇ ਹਾਂ, ਤੁਸੀਂ ਉਹਨਾਂ ਨੂੰ ਪੁੱਛੋ ਕਿ ਐਜੂਕੇਸ਼ਨ ਦੀ ਇਵੈਲੂਏਸ਼ਨ ਕਰਨੀ ਆ, ਉਹ ਕੋਈ 40,000 ਲੱਗੂਗਾ, 50,000 ਲੱਗੂਗਾ, 60,000 ਲੱਗੂਗਾ, ਉਹ ਸਿਰਫ ਵੈਸ ਨੂੰ ਹੀ ਜਾਣਦੇ, WES.org। ਠੀਕ ਹੈ। ਇੱਥੇ ਤੁਸੀਂ ਆਪਣਾ ਅਕਾਊਂਟ ਬਣਾਉਣਾ ਹੁੰਦਾ। ਮੋਸਟਲੀ ਵੈਸ ਕੀ ਹੈ, ਤੁਹਾਡੀ ਇਵੈਲੂਏਸ਼ਨ ਕਰਕੇ 1 ਮਹੀਨੇ ਦੇ ਵਿੱਚ ਤੁਹਾਨੂੰ ਰਿਜ਼ਲਟ ਦੇ ਦਿੰਦੀ ਹੈ। ਠੀਕ ਹੈ, ਵੈਸ ਦੇ ਦਿੰਦੀ। ਬਟ ਮੇਰਾ ਕੇਸ ਬਹੁਤ ਡਿਫਰੈਂਟ ਸੀਗਾ, ਔਰ ਮੇਰੀ ਜਿਹੜੀ ਇਵੈਲੂਏਸ਼ਨ ਨੂੰ 7 ਮਹੀਨੇ ਲੱਗੇ ਸੀ। ਉਹ ਕਿੱਦਾਂ? ਮੇਰੀ ਐਜੂਕੇਸ਼ਨ ਸੀਗੀ ਡਿਸਟੈਂਸ ਤੋਂ, ਸਿੱਕਿਮ ਮਨੀਪਾਲ ਯੂਨੀਵਰਸਿਟੀ ਡਿਸਟੈਂਸ ਐਜੂਕੇਸ਼ਨ ਸੀਗੀ, ਮਾਸਟਰ ਆਫ ਕੰਪਿਊਟਰ ਐਪਲੀਕੇਸ਼ਨ, 2 ਸਾਲ ਦੀ ਡਿਗਰੀ ਸੀਗੀ। ਔਰ ਇਸ ਡਿਗਰੀ ਦੀ ਮੈਂ 2011 'ਚ ਕੀਤੀ ਸੀਗੀ, ਤੇ ਉਸ ਤੋਂ ਬਾਅਦ ਡਿਸਟੈਂਸ ਐਜੂਕੇਸ਼ਨ ਇੰਡੀਆ 'ਚ ਬੰਦ ਹੋ ਗਈ ਸੀ। ਉਹਦੇ ਕਰਕੇ ਜਿਹੜੀ ਵੈਸ ਨੇ ਸਿੱਕਿਮ ਮਨੀਪਾਲ ਦੀਆਂ ਡਿਗਰੀਜ਼ ਐਕਸੈਸ ਕਰਨੀਆਂ ਬੰਦ ਕਰ ਦਿੱਤੀਆਂ ਸੀ। ਠੀਕ ਹੈ। ਹੁਣ ਵੀ ਤੁਸੀਂ ਵੈਸ ਦੀ ਸਾਈਟ ਤੇ ਜਾਓ, ਉਹਨਾਂ ਨੇ ਲਿਖਿਆ ਹੋਇਆ ਸਪੈਸ਼ਲ ਕਿ ਸਿੱਕਿਮ ਮਨੀਪਾਲ ਅਸੀਂ ਨਹੀਂ ਰੈਕਗਨਾਈਜ਼ ਕਰਦੇ। ਫਿਰ ਮੈਂ ਹੋਰ ਆਪਸ਼ਨ ਲੱਭੇ। ਠੀਕ ਹੈ। ਇੱਕ ਆਪਸ਼ਨ ਸੀਗਾ IQAS। IQAS ਵੀ ਹੈਗੀ ਹੈ, ਇੰਟਰਨੈਸ਼ਨਲ ਕੁਆਲੀਫਿਕੇਸ਼ਨ ਅਸੈਸਮੈਂਟ। ਇਹ ਐਲਬਰਟਾ ਦੀ ਆਰਗੇਨਾਈਜੇਸ਼ਨ, ਐਲਬਰਟਾ 'ਚ, ਐਡਮੌਂਟਨ 'ਚ। ਤੇ ਇਹ ਵੀ ਸੇਮ ਹੀ ਪ੍ਰੋਸੈਸ ਹੈ। ਤੁਸੀਂ ਉੱਥੇ ਉਹਨਾਂ ਦੇ ਅਕਾਊਂਟ ਕ੍ਰੀਏਟ ਕਰੋ, ਅਕਾਊਂਟ ਕ੍ਰੀਏਟ ਕਰਕੇ ਆਪਣੇ ਡਾਕੂਮੈਂਟ ਅਪਲੋਡ ਕਰ ਦਿਓ। ਉਹਨਾਂ ਦੀ ਜਿਹੜੀ ਪੇਮੈਂਟ ਆ $120 ਉਹ ਪੇ ਕਰੋ। ਫਿਰ ਆਪਣੀ ਯੂਨੀਵਰਸਿਟੀ ਨੂੰ ਉਹ ਇੱਕ ਰੈਫਰੈਂਸ ਨੰਬਰ ਜਨਰੇਟ ਹੋਊਗਾ। ਉਹ ਰੈਫਰੈਂਸ ਨੰਬਰ ਤੁਹਾਡੀ ਯੂਨੀਵਰਸਿਟੀ, ਤੁਹਾਡੀ ਜਿਹੜੀ ਅਸੈਸਮੈਂਟਸ ਹੁੰਦੀਆਂ, ਉਹ IQAS ਨੂੰ ਸੈਂਡ ਕਰ ਦਿੰਦੀ ਉਹਨਾਂ ਦੇ ਪਰਟੀਕੂਲਰ ਐਡਰੈਸ 'ਤੇ। ਤੇ ਫਿਰ ਜਦੋਂ ਉਹ 3 ਜਾਂ 4 ਮਹੀਨੇ ਦਾ ਪ੍ਰੋਸੈਸ ਹੈ, ਜਦੋਂ ਤੁਹਾਡੇ ਡਾਕੂਮੈਂਟ ਐਲਬਰਟਾ ਉਹਨਾਂ ਕੋਲੇ ਪਹੁੰਚ ਗਏ, IQAS ਵਾਲਿਆਂ ਕੋਲੇ, ਤੁਹਾਨੂੰ ਇੱਕ ਓਫੀਸ਼ੀਅਲ ਮੇਲ ਆਊਗੀ। ਇਸ ਮੇਲ ਤੋਂ ਬਾਅਦ ਐਗਜ਼ੈਕਟਲੀ 3 ਮਹੀਨੇ ਬਾਅਦ ਤੁਹਾਡਾ ਰਿਜ਼ਲਟ ਆ ਜਾਊਗਾ ਕਿ ਤੁਹਾਡੀ ਜਿਹੜੀ ਇੰਡੀਅਨ ਡਿਗਰੀ ਹੈ ਉਹਦੀ ਕੀ ਵੈਲਿਊ ਹੈ ਉੱਥੇ। ਕਦੇ ਕਦੇ ਇੱਦਾਂ ਹੁੰਦਾ ਵੀ ਆਪਾਂ ਐਜੂਕੇਸ਼ਨ ਡਿਸਟੈਂਸ ਤੋਂ ਕੀਤੀ ਹੁੰਦੀ ਆ, ਉਸ ਕੇਸ ਵਿੱਚ ਆਪਾਂ ਨੂੰ ਡਾਊਟ ਹੁੰਦਾ ਕਿ ਆਪਣਾ ਸਕੋਰ ਕੈਲਕੂਲੇਟ ਹੋਣਗੇ ਜਾਂ ਨਹੀਂ ਹੋਣਗੇ। ਇਹ ਆਪਾਂ ਨੂੰ ਥੋੜ੍ਹੇ ਪੈਸੇ ਇਨਵੈਸਟ ਕਰਨ ਤੋਂ ਬਾਅਦ ਹੀ ਪਤਾ ਚੱਲੂਗਾ, ਆਪਾਂ ਗੈਸ ਨਹੀਂ ਕਰ ਸਕਦੇ, ਆਪਾਂ ਸ਼ੋਰ ਨਹੀਂ ਹੋ ਸਕਦੇ। ਤੁਹਾਨੂੰ ਇੱਕ ਵਾਰ ਡਾਕੂਮੈਂਟ ਭੇਜਣੇ ਪੈਣੇ ਆ, ਇਵੈਲੂਏਟ ਹੋ ਕੇ ਆਉਣਗੇ, ਫਿਰ ਹੀ ਆਪਾਂ ਨੂੰ ਰਿਜ਼ਲਟਸ ਮਿਲਣਗੇ। ਇਹ ਹੋ ਗਿਆ ਆਪਣਾ ਦੂਸਰਾ ਸਟੈਪ, ਜਿਹਨੂੰ ਸਮਝੀਏ ਕਿ ਆਪਾਂ ਇਵੈਲੂਏਸ਼ਨ ਕਰਾ ਲਈ ਆ ਅਤੇ ਆਪਾਂ ਆਪਣੇ ਸਕੋਰ ਕੈਲਕੂਲੇਟ ਕਰ ਲਏ ਨੇ। ਭਾਅ ਜੀ ਉਸ ਤੋਂ ਬਾਅਦ ਨੈਕਸਟ ਸਟੈਪ ਕੀ ਆ? ਮੰਨ ਲਓ ਆਪਣਾ 2 ਸਟੈਪ ਹੋ ਗਏ ਨਾ ਕਵਰ। ਤੁਸੀਂ ਆਪਣੀ ਵੈਲੂਏਸ਼ਨ ਕਰਾ ਲਈ ਆਪਣੀ ਡਿਗਰੀ ਦੀ, ਹੈ ਨਾ, ਤੁਹਾਡੇ ਸਕੋਰ ਕੈਲਕੂਲੇਟ ਹੋ ਗਏ ਵੀ ਤੁਹਾਡੇ ਇੰਨੇ ਸਕੋਰ ਬਣ ਗਏ। ਮੰਨ ਲਓ ਤੁਹਾਡੇ ਸਕੋਰ ਬਣ ਗਏ 470 ਸਕੋਰ ਬਣ ਗਏ, ਤੁਹਾਡੇ 475 ਬਣ ਗਏ। ਆਪਾਂ ਐਗਜ਼ਾਮਪਲ ਲੈਂਦੇ ਇੱਕ ਬੰਦੇ ਦੀ, ਇੱਕ ਬੰਦਾ ਆ ਜਿਹਦਾ ਨਾਮ ਹੈਗਾ ਆ ਰਮਨ। ਠੀਕ ਹੈ। ਉਹਨੇ ਮਾਸਟਰਸ ਕੀਤੀ ਹੋਈ ਆ MCA। ਠੀਕ। ਰੈਗੂਲਰ। ਓਕੇ। ਫਿਲਹਾਲ ਆਪਾਂ ਇੱਕ ਰੈਗੂਲਰ ਦੀ ਐਗਜ਼ਾਮਪਲ ਲਵਾਂਗੇ। ਤੇ ਉਹਨੂੰ ਮਾਸਟਰ ਡਿਗਰੀ ਮਿਲ ਗਈ ਉਹਨੂੰ 3 ਸਾਲ ਦਾ ਜੌਬ ਦਾ ਐਕਸਪੀਰੀਅੰਸ ਆ। ਠੀਕ ਹੈ। ਹੁਣ ਰਮਨ ਨੂੰ ਕੀ ਆ? ਰਮਨ ਨੂੰ ਚਾਹੀਦਾ 8777। ਲਿਸਨਿੰਗ 'ਚੋਂ 8। ਲਿਸਨਿੰਗ 'ਚੋਂ 8। ਇਹ ਮੇਨ ਸਾਰਿਆਂ ਨੂੰ ਡਾਊਟ ਹੁੰਦਾ ਵੀ ਕਿਹਦੇ 'ਚ ਕਿੰਨੇ ਸਕੋਰ ਚਾਹੀਦੇ ਆ। ਤੁਸੀਂ ਕਹਿੰਦੇ ਵੀ ਲਿਸਨਿੰਗ 'ਚ 8 ਚਾਹੀਦੇ ਆ। ਲਿਸਨਿੰਗ 'ਚੋਂ 8 ਚਾਹੀਦੇ ਆ। ਲਿਸਨਿੰਗ 'ਚੋਂ 7। ਹਾਂ। ਸਪੀਕਿੰਗ 7 ਔਰ ਰੀਡਿੰਗ 7। ਲਿਸਨਿੰਗ 'ਚੋਂ 8 ਚਾਹੀਦੇ, ਬਾਕੀਆਂ 'ਚ 7-7 ਲਾ ਲਓ ਆਪਣੇ ਪੁਆਇੰਟ। ਠੀਕ ਹੈ। ਹੁਣ ਜਦੋਂ ਆਪਣੇ ਕੋਲ ਆਪਣਾ ECA ਦੀ ਹਾਰਡ ਕਾਪੀ ਆਉਂਦੀ, ਜਦੋਂ ਤੁਹਾਡੀ ECA ਦੀ ਇਵੈਲੂਏਸ਼ਨ ਹੋਊਗੀ, ਉਹਦੀ ਇੱਕ ਹਾਰਡ ਕਾਪੀ ਆਊਗੀ, ਇੱਕ ਮੇਲ ਆਊਗੀ। ਉੱਦਾਂ ਹੀ ਤੁਹਾਡੇ IELTS ਦਾ ਜਦੋਂ ਰਿਜ਼ਲਟ ਆਉਂਦਾ, ਉਹਦੇ ਵਿੱਚ ਤੁਹਾਨੂੰ ਇੱਕ TRF ਨੰਬਰ ਹੁੰਦਾ, ਉਹ ਹਾਰਡ ਕਾਪੀ 'ਤੇ ਹੀ ਲਿਖਿਆ ਹੁੰਦਾ, ਮੇਲ 'ਚ ਨਹੀਂ ਆਉਂਦਾ ਕਦੇ, ਸਿਕਿਉਰਿਟੀ ਪਰਪਸ ਲਈ। ਅੱਛਾ। ਹੁਣ ਨੈਕਸਟ ਸਟੈਪ ਕੀ ਆ? ਆਪਣੇ ਕੋਲ ਡਾਕੂਮੈਂਟ ਸਾਰੇ ਆ ਗਏ। ਠੀਕ ਹੈ। ਹੁਣ ਆਪਾਂ ਕੀ ਕਰਨਾ? CIC ਦੀ ਸਾਈਟ 'ਤੇ ਇੱਕ GC ਕੀ ਅਕਾਊਂਟ ਹੁੰਦਾ, GCKEY ਕੀ। ਅੱਛਾ। ਠੀਕ ਹੈ। GC ਕੀ ਅਕਾਊਂਟ ਇੰਡੀਅਨਸ ਲਈ, ਮਤਲਬ ਜਿਹੜੇ ਕੈਨੇਡੀਅਨ ਨੇ, ਜਿਹੜੇ ਕੈਨੇਡਾ 'ਚ ਹੈਗੇ, ਉਹਨਾਂ ਲਈ ਨਹੀਂ ਹੈਗਾ। ਬਾਹਰਲਾ ਬੰਦਾ ਕੋਈ ਵੀ ਆਪਣਾ ਅਕਾਊਂਟ ਰਜਿਸਟਰ ਕਰ ਸਕਦਾ। ਸਿੰਪਲ ਆ, ਜਿਵੇਂ ਤੁਸੀਂ ਫੇਸਬੁੱਕ ਦੀ ਪ੍ਰੋਫਾਈਲ ਕ੍ਰੀਏਟ ਕਰਦੇ ਹੋ, ਉੱਦਾਂ ਹੀ ਇੱਥੇ ਪ੍ਰੋਫਾਈਲ ਕ੍ਰੀਏਟ ਹੋਣੀ ਆ। ਆਪਣੀ ਓਫੀਸ਼ੀਅਲ ਈਮੇਲ ID ਪਾਓ। ਠੀਕ ਹੈ। ਆਪਣਾ ਤੁਹਾਡਾ ਫ਼ੋਨ ਨੰਬਰ ਵੈਲੀਡੇਟ ਹੋਊਗਾ, ਤੁਹਾਡਾ ਅਕਾਊਂਟ ਬਣ ਗਿਆ। ਉਸ ਅਕਾਊਂਟ ਦੇ ਵਿੱਚ ਤੁਸੀਂ ਕੀ ਕਰਨਾ?
ਆਪਣੇ ਜਿਹੜੇ ECA ਦੀ ਇੱਕ ECA ਦਾ ਨੰਬਰ ਹੁੰਦਾ ਉਹ ਉੱਥੇ ਅਪਲੋਡ ਕਰਨਾ। ਉਹਦੀ ਜਿਹੜੀ ਹਾਰਡ ਕਾਪੀ ਆ ਤੁਹਾਨੂੰ PDF ਆਈ ਇਮੇਜ ਉਹਨੂੰ ਐਜ਼ ਇਟ ਇਜ਼ ਅਟੈਚ ਕਰ ਦਿਓ। ਤੇ ਆਪਣੇ IELTS ਦੀ ਜਿਹੜੀ TRF ਹੈ ਉਹ ਵੀ ਸਕੈਨ ਕਰਕੇ ਇੱਕ TRF ਨੰਬਰ ਆ ਉਹ ਵੀ ਉੱਥੇ ਮਤਲਬ ਫਿਲ ਕਰਨਾ ਆਪਣੀ ਪ੍ਰੋਫਾਈਲ 'ਚ। ਠੀਕ ਹੈ। GCK ਵਿੱਚ ਡਾਕੂਮੈਂਟਸ ਆਪਾਂ ਅਪਲੋਡ ਕਰ ਲਏ ਆ, ਉਸ ਤੋਂ ਬਾਅਦ ਜਿਹੜਾ ਨੈਕਸਟ ਸਟੈਪ ਆ ਉਹਦੇ ਬਾਰੇ ਹੁਣ ਗੁਰਚਰਨ ਜੀ ਆਪਾਂ ਨੂੰ ਦੱਸਣਗੇ। ਹਾਂਜੀ, ਨੈਕਸਟ ਸਟੈਪ ਆਪਾਂ ਇਹ ਹੋ ਗਿਆ ਕਿ ਆਪਣੇ ਹੁਣ ਡਾਕੂਮੈਂਟਸ ਜਿਹੜੀ CIC ਦੀ ਸਾਈਟ 'ਤੇ ਆਪਾਂ ਅਕਾਊਂਟ ਬਣਾਇਆ ਸੀਗਾ ਉਹ 'ਚ IELTS ਤੇ EC ਦੇ ਆਪਾਂ ਡਾਕੂਮੈਂਟ ਅਪਲੋਡ ਕਰਤੇ, ਸਿਰਫ ਦੋ ਹੀ, ਕਿਉਂਕਿ ਤੁਹਾਨੂੰ ITI ਆਉਣ ਲਈ ਸਿਰਫ ਇਹੀ ਚੀਜ਼ ਚਾਹੀਦੀ ਹੈ। ਕੋਈ ਫੰਡ ਦੀ ਟੈਨਸ਼ਨ ਨਹੀਂ, ਕੋਈ ਪੁਲਿਸ ਕਲੀਅਰੈਂਸ, ਕੋਈ ਮੈਡੀਕਲ, ਕੁਛ ਨਹੀਂ ਚਾਹੀਦਾ। ਸਿਰਫ ਤੁਹਾਨੂੰ IELTS ਤੇ 777 ਦਾ ਪ੍ਰੂਫ ਔਰ ECA ਦਾ ਪ੍ਰੂਫ ਦੋਨਾਂ ਦੇ ਨੂੰ ਸਕੈਨ ਕਰਕੇ ਅਪਲੋਡ ਕਰ ਦਿਓ ਆਪਣੀ CIC ਦੀ ਪ੍ਰੋਫਾਈਲ 'ਚ। ਬਸ ਫਿਰ ਤੁਸੀਂ ਆਪਣੀ ਪ੍ਰੋਫਾਈਲ ਨੂੰ ਡੇਲੀ ਚੈੱਕ ਕਰਨਾ ਕਿ ਨੋਟੀਫਿਕੇਸ਼ਨ ਆਉਂਦੀ ਹੈ ਜਾਂ ਨਹੀਂ ਆਉਂਦੀ। ਤੁਹਾਨੂੰ ਇਹ ਵੀ ਟਰੈਕ ਕਰਨਾ ਪੈਣਾ ਕਿ ਰੀਸੈਂਟ ਜਿਹੜਾ ਕੱਟ ਆਫ ਕਿੰਨਾ ਗਿਆ ਵਾ। ਜਦੋਂ ਮੈਨੂੰ ITI ਆਈ ਸੀ, ITI ਕੀ ਹੈ? ITI ਹੈਗੀ ਹੈ ਇਨਵੀਟੇਸ਼ਨ ਟੂ ਅਪਲਾਈ। ਠੀਕ ਹੈ, ਅਗਰ ਕੱਟ ਆਫ ਤੋਂ ਤੁਹਾਡਾ ਸਕੋਰ ਉੱਪਰ ਆ ਤੁਹਾਨੂੰ ITI ਦੀ ਮੇਲ ਆ ਜੂਗੀ ਕਿ ਤੁਹਾਨੂੰ ਇਨਵੀਟੇਸ਼ਨ ਆ ਗਿਆ, ਤੁਸੀਂ ਹੁਣ ਕੈਨੇਡੀਅਨ PR ਲਈ ਅਪਲਾਈ ਕਰ ਸਕਦੇ ਹੋ। ਠੀਕ ਹੈ, ਤੇ ਮੈਂ ਆਪਣੇ ਕੇਸ ਦੀ ਗੱਲ ਕਰਾਂ, ਮੈਨੂੰ ਆਈ ਸੀ ITI 16 ਅਪ੍ਰੈਲ 16 ਅਪ੍ਰੈਲ ਨੂੰ ਆਈ ਸੀਗੀ ਔਰ ਮੈਂ 15 ਨੂੰ ਆਪਣਾ ਜੋ ਕਿ 15 ਨੂੰ ਮੈਂ ਆਪਣੀ ਆਪਣੇ ਡਾਕੂਮੈਂਟ ਅਪਲੋਡ ਕਰਤੇ ਸੀਗੇ। 14 ਨੂੰ ਮੇਰਾ ਰਿਜ਼ਲਟ ਆਇਆ ਸੀਗਾ IELTS ਦਾ 8777 ਔਰ ਮੇਰੇ ਕੋਲ ECA ਪਹਿਲਾਂ ਹੀ ਸੀਗੀ। ਮੈਂ 15 ਨੂੰ ਰਾਤੀ ਅਪਲੋਡ ਕਰਤਾ। 16 ਦਾ ਡਰਾ ਸੀਗਾ, ਮੇਰੇ ਸਕੋਰ ਬਣਦੇ ਸੀ 456, ਕੱਟ ਆਫ ਸੀਗਾ 452। ਮੈਨੂੰ ਇੱਕ ਦਿਨ 'ਚ ਹੀ ਮੈਨੂੰ ITI ਆ ਗਈ ਸੀ। ਇੱਕ ਦਿਨ 'ਚ ਤੁਹਾਨੂੰ ਮਤਲਬ ITI ਆ ਗਈ ਸੀ। ITI ਮਤਲਬ ITI ਹੈਗੀ ਇਨਵੀਟੇਸ਼ਨ ਟੂ ਅਪਲਾਈ। ਇਨਵੀਟੇਸ਼ਨ ਟੂ ਅਪਲਾਈ ਕੈਨੇਡੀਅਨ ਗਵਰਨਮੈਂਟ ਵੱਲੋਂ ਤੁਹਾਨੂੰ ਇਨਵੀਟੇਸ਼ਨ ਆਉਂਦਾ ਵਾ ਕਿ ਤੁਸੀਂ ਐਲੀਜੀਬਲ ਹੋ, ਹੁਣ ਤੁਸੀਂ ਆਪਣੇ ਪ੍ਰੋਪਰ ਡਾਕੂਮੈਂਟ ਸਾਰੇ ਅਪਲੋਡ ਕਰੋ ਤਾਂ ਕਿ ਅਸੀਂ ਵੈਰੀਫਾਈ ਕਰੀਏ। ਅਗਰ ਉਹ ਵੈਰੀਫਾਈ ਕਰਕੇ ਕਲੀਅਰ ਕਰਦੇ ਆ ਤਾਂ ਫਾਈਨਲ ਰਿਜ਼ਲਟ ਕੀ ਆਊਗਾ? ਤੁਹਾਨੂੰ COPR ਆਊਗੀ ਕਿ ਉਹਦੇ COPR ਦੀ ਫੁੱਲ ਫਾਰਮ ਮੈਂ ਮੈਂਸ਼ਨ ਕਰ ਦੂੰਗਾ ਨੀਚੇ। ਫੁੱਲ ਫਾਰਮ ਇਹ ਮਤਲਬ COPR ਦਾ ਮਤਲਬ ਹੁੰਦਾ ਕਿ ਤੁਸੀਂ ਅਪਲਾਈ ਤੁਸੀਂ ਐਲੀਜੀਬਲ ਹੋ ਔਰ ਫਾਈਨਲ ਤੁਹਾਡਾ ਸਟੈਪ ਇਹੀ ਹੈ ਕਿ ਹੁਣ ਤੁਸੀਂ ਆਪਣਾ ਪਾਸਪੋਰਟ ਜਿਹੜਾ ਉਹ ਵੀਜ਼ਾ ਆਫਿਸ ਭੇਜੋ ਤੇ ਉੱਤੇ ਸਟੈਂਪ ਲੱਗ ਜੂਗੀ ਕੈਨੇਡਾ ਵੀਜ਼ਾ ਦੀ। ਠੀਕ ਹੈ, ਆਪਾਂ ਕੀ ਕਹੀਏ ਕਿ ਆਪਣਾ ਇਸ ਵਕਤ ਕਿੰਨਾ % ਕੰਮ ਹੋ ਚੁੱਕਿਆ ਹੈ? ਆਪਾਂ ਇਹ ਕਹਿ ਸਕਦੇ ਹਾਂ ਕਿ ਇਸ ਵਕਤ ਆਪਣਾ 50% ਕੰਮ ਹੋਇਆ ਹਾਲੇ। 50% ਕੰਮ ਹੋ ਗਿਆ ਵੀ ਜਦੋਂ ਆਪਾਂ ਆਪਣੀ ਫਾਈਲ ਭੇਜਤੀ ਇੱਕ ਵਾਰ। ਜਦੋਂ ਆਪਣੀ ਫਾਈਲ ਮਤਲਬ ਅਪਲੋਡ ਕਰਤੀ, ਆਪਣੀ ਫਾਈਲ ਪੂਲ ਦੇ ਵਿੱਚ ਆ। ਹੁਣ ਆਪਾਂ ਵੇਟ ਕਰਦੇ ਪਏ ਹਾਂ ਕਿ ਕਦੋਂ ਡਰਾ ਆਪਣੇ ਸਕੋਰ ਤੋਂ ਨੀਚੇ ਜਾਊਗਾ ਤਾਂ ਕਿ ਆਪਾਂ ਨੂੰ ITI ਆ ਜਾਵੇ। ਔਰ ਮਤਲਬ ਹਾਲੇ ਤੱਕ ਆਪਣਾ 50% ਕੰਮ ਹੋਇਆ। 50% ਕੰਮ ਹੋਇਆ ਨਾ ਹੁਣ? ਹਾਂਜੀ। ਤੇ ਨੈਕਸਟ ਸਟੈਪ ਕੀ ਹੋਣਗੇ ਆਪਣੇ ਹੁਣ? ਨੈਕਸਟ ਸਟੈਪ ਆਪਾਂ ਵੇਟ ਕਰਨੀ ਹੈ ਕਿ ਕਦੋਂ ITI ਆ ਗਈ। ਮੰਨ ਲਓ ਤੁਹਾਨੂੰ ITI ਆ ਗਈ, ਠੀਕ ਆ, ਆਪਾਂ ਰਮਨ ਮੁੰਡੇ ਦੀ ਗੱਲ ਕੀਤੀ ਸੀ, ਉਹਨੂੰ ITI ਆ ਗਈ, ਇਨਵੀਟੇਸ਼ਨ ਦੀ ਮੇਲ ਆ ਗਈ। ਉਹਦੇ ਵਿੱਚ ਉਹਨਾਂ ਨੇ ਸਾਰਾ ਕੁਝ ਲਿਖਿਆ ਹੋਊਗਾ ਕਿ ਹੁਣ ਤੁਸੀਂ ਕੀ ਡਾਕੂਮੈਂਟ ਅਪਲੋਡ ਕਰਨੇ ਆ। ਸੇਮ ਪ੍ਰੋਫਾਈਲ ਤੁਸੀਂ ਖੋਲ੍ਹਣੀ ਹੈ ਜਿਹੜੀ CIC ਦੀ GCK ਤੇ ਤੁਸੀਂ ਪ੍ਰੋਫਾਈਲ ਬਣਾਈ ਸੀਗੀ। ਉਹੀ ਪ੍ਰੋਫਾਈਲ ਦੇ ਵਿੱਚ ਹੋਰ ਵੀ ਕਾਫੀ ਸੈਕਸ਼ਨ ਹੋਊਗੇ ਜਿਹਦੇ ਵਿੱਚ ਤੁਸੀਂ ਆਪਣੀ ਐਜੂਕੇਸ਼ਨ ਦੇ ਡਾਕੂਮੈਂਟਸ ਅਪਲੋਡ ਕਰਨੇ ਆ ਔਰ IELTS ਦੇ ਸਕੋਰ, POF ਹੁੰਦਾ ਪ੍ਰੂਫ ਆਫ ਫੰਡ। ਅੱਛਾ, ਹੁਣ ਫੰਡ ਦੀ ਆਪਾਂ ਗੱਲ ਕਰੀਏ, ਇਸ ਸਿਨੈਰੀਓ ਵਿੱਚ ਕਿੰਨਾ ਫੰਡ ਆਪਣੇ ਅਕਾਊਂਟ 'ਚ ਹੋਣਾ ਚਾਹੀਦਾ? ਇੱਕ ਮਿਨੀਮਮ ਤੇ ਸਕੋਰ ਦੱਸੋ ਕਿੰਨਾ ਹੋਣਾ ਚਾਹੀਦਾ? ਇੱਕ PO ਮਤਲਬ ਜਿਹੜੇ ਆਪਾਂ ਪਹਿਲਾਂ ਇੱਕ ਡਾਕੂਮੈਂਟ ਦੀ ਲਿਸਟ ਮੈਂ ਤੁਹਾਨੂੰ ਗਿਣਾ ਦਿੰਦਾ। ਹਾਂ ਠੀਕ ਹੈ, ਚਾਹੀਦੇ ਆਪਾਂ ਨੂੰ ਡਾਕੂਮੈਂਟ ਦੀ ਲਿਸਟ ਉਹ ਮੇਰੇ ਕੋਲ ਨੋਟ ਕੀਤੇ ਹੋਏ ਆ। ਇਹ ਸਾਰੀ ਚੀਜ਼ਾਂ ਮੈਂ ਡਿਸਕ੍ਰਿਪਸ਼ਨ ਵਿੱਚ ਵੀ ਮੈਂਸ਼ਨ ਕਰੂੰਗਾ ਕਿ ਕੀ ਤੁਹਾਡੇ ਕੋਲ ਡਾਕੂਮੈਂਟਸ ਹੋਣੇ ਚਾਹੀਦੇ ਨੇ। ਡਾਕੂਮੈਂਟਸ ਹੈਗੇ, ਪਹਿਲਾ ਹੈਗਾ ਪਾਸਪੋਰਟ, ਤੁਹਾਡਾ ਆਫੀਸ਼ੀਅਲ ਇੰਡੀਅਨ ਪਾਸਪੋਰਟ ਹੋਊਗਾ। ਮੈਡੀਕਲ ਰਿਸਿਪਟ, ਜਿਹੜਾ ਮੈਡੀਕਲ ਕਰਾਓਗੇ ਉਹਦੀ ਇੱਕ ਰਿਸਿਪਟ ਮਿਲਦੀ ਆ। IELTS ਦੀ TRF, ECA ਦਾ ਪ੍ਰੂਫ, POF ਪ੍ਰੂਫ ਆਫ ਫੰਡ, ਵਰਕ ਐਕਸਪੀਰੀਅੰਸ, ਜਿਹੜੀ ਵੀ ਕੰਪਨੀ 'ਚ ਤੁਸੀਂ ਕੰਮ ਕੀਤਾ ਉੱਥੋਂ ਐਕਸਪੀਰੀਅੰਸ ਲੈਟਰ, ਡਿਜੀਟਲ ਫੋਟੋ, ਤੁਹਾਡੇ 5 ਸਾਲ ਦੀ ਹਿਸਟਰੀ, ਤੁਸੀਂ ਕੀ ਕੀਤਾ ਸੀ ਉਹ ਤੁਸੀਂ ਟਾਈਪ ਕਰਕੇ ਉੱਚ ਸੈਂਡ ਮਤਲਬ ਫਿਲ ਕਰਨੀ ਆ, ਉੱਥੇ ਫੀਲਡ ਹੈਗੇ ਆ। ਤੇ ਪੁਲਿਸ ਕਲੀਅਰੈਂਸ ਸਰਟੀਫਿਕੇਟ ਤੇ ਤੁਹਾਡੀਆਂ ਕੰਟੈਕਟ ਡਿਟੇਲਸ, ਤੁਹਾਡਾ ਫੋਨ ਨੰਬਰ, ਆਫੀਸ਼ੀਅਲ ਈਮੇਲ ID, ਤੁਹਾਡੇ ਹਾਈਟ ਕਿੰਨੀ ਹੈ, weight ਕਿੰਨਾ ਵਾ, ਆਈ ਕਲਰ ਕੀ ਹੈ। ਮਤਲਬ ਇਹ ਹੋ ਗਿਆ ਆਪਾਂ ਡਾਕੂਮੈਂਟਸ ਦੀ ਲਿਸਟ। ਇਹ ਹੋ ਗਈ ਡਾਕੂਮੈਂਟ ਦੀ ਲਿਸਟ, ਇਹ ਰਿਕੁਆਇਰਮੈਂਟ ਆ। ਠੀਕ। ਹੁਣ ਜਦੋਂ ਆਪਾਂ ਨੂੰ ITI ਆਈ ਸੀ, ITI ਦੇ ਤੋਂ ਬਾਅਦ ਆਪਣੇ ਕੋਲ 60 ਦਿਨ ਹੁੰਦੇ ਆ, 60 ਡੇਜ਼ 'ਚ ਆਪਾਂ ਇਹ ਸਾਰੇ ਡਾਕੂਮੈਂਟਸ ਕਲੈਕਟ ਕਰਕੇ ਅਪਲੋਡ ਕਰਨੇ ਆ
ਉਸ ਤੋਂ ਪਹਿਲਾਂ ਅਗਰ ਆਪਾਂ CIC ਦੀ ਵੈਬਸਾਈਟ ਤੇ ਕਰਨੇ ਨਾ। ਹਾਂ, ਇਹ CAC ਦੀ ਜਿਹੜਾ ਆਪਾਂ ਅਕਾਊਂਟ ਪਹਿਲਾਂ ਕ੍ਰੀਏਟ ਹਾਂ, ਕੀਤਾ ਹਾਂ, ਸੀਗਾ ਹਾਂ। ਉਹਦੇ ਵਿੱਚ ਹੀ ਅਪਲੋਡ ਕਰਨੇ ਆ। ਉਹਦੇ ਵਿੱਚ ਸਾਰੇ ਅਗਰ ਆਪਾਂ 60 ਦਿਨਾਂ 'ਚ ਨਹੀਂ ਕਰ ਸਕਦੇ ਮਤਲਬ ਕੰਮ ਖਤਮ ਆ। ਮਤਲਬ ਸਾਰਾ ਕੁਝ ਦੁਬਾਰਾ ਕਰਨਾ ਪੈਣਾ। ਸਾਰਾ ਕੁਝ ਮਤਲਬ ਤੁਹਾਨੂੰ ਫਿਰ ਦੁਬਾਰਾ ਵੇਟ ਕਰਨੀ ਪੈਣੀ ਆ, ITA ਦੁਬਾਰਾ ਹੋਊਗੀ। ਮਤਲਬ ਇਹ ਤਾਂ ਇੱਕ ਕਹਿ ਲਓ ਕਿ ਤੁਸੀਂ 골ਡਨ ਚਾਂਸ ਸੀਗਾ, ਉਹ ਤੁਸੀਂ ਮਿਸ ਕਰਦਾ। 60 ਦਿਨ ਹੁੰਦੇ ਆ, 60 ਦਿਨਾਂ ਦੇ ਵਿੱਚ ਤੁਸੀਂ ਆਪਣੇ ਸਾਰੇ ਡਾਕੂਮੈਂਟ ਅਪਲੋਡ ਕਰਨੇ ਆ। ਕੋਈ ਤੁਹਾਨੂੰ ਲੱਗਦਾ ਵੀ ਕੋਈ ਇਹੋ ਜਿਹਾ ਡਾਕੂਮੈਂਟ ਆ ਜਿਹਦੇ ਲਈ ਬੰਦਾ ਪਹਿਲਾਂ ਤਿਆਰੀ ਕਰਕੇ ਰੱਖ ਸਕਦਾ ਤਾਂ ਕਿ ਉਹ ਡਾਕੂਮੈਂਟ ਉਸ ਵੇਲੇ ਆਪਾਂ ਨੂੰ ਦਿੱਕਤ ਨਾ ਦੇਵੇ, ਜਿਹੜਾ 60 ਦਿਨ 'ਚ ਆਪਾਂ ਨਹੀਂ ਮਿਲ ਸਕਦਾ? ਤੁਹਾਨੂੰ ਲੱਗਦਾ ਕੋਈ ਇਹੋ ਜਿਹਾ ਕੋਈ ਡਾਕੂਮੈਂਟ ਹੈਗਾ ਆ ਜਿਹਦੇ ਤੁਹਾਨੂੰ ਪ੍ਰੋਬਲਮ ਆਈ ਹੋਵੇ ਵੀ ਆਹ ਡਾਕੂਮੈਂਟ ਤੇ ਪਰੇਸ਼ਾਨੀ ਹੋਈ ਆ, ਇਹਦੇ ਕਰਕੇ ਸ਼ਾਇਦ ਮੇਰਾ ਚਾਂਸ ਮਿਸ ਹੋ ਸਕਦਾ ਸੀਗਾ ਬਟ ਹੋਇਆ ਨਹੀਂ? ਕੁਛ ਇੱਦਾਂ ਦਾ ਡਾਕੂਮੈਂਟ? ਹਾਂ, ਕਾਫੀ ਡਾਕੂਮੈਂਟਸ ਹੈਗੇ ਜਿਹੜੇ ਆਪਾਂ ITA ਤੋਂ ਪਹਿਲਾਂ ਵੀ ਪ੍ਰਿਪੇਅਰ ਕਰ ਸਕਦੇ ਹਾਂ, ਕੁਝ ਡਾਕੂਮੈਂਟ ਦੀ ਲਿਸਟ ਜਿਵੇਂ ਕਿ ਆਪਣਾ ਪਾਸਪੋਰਟ ਹੋ ਗਿਆ, ਡਿਜੀਟਲ ਫੋਟੋ, ਠੀਕ ਆ। ਮੈਡੀਕਲ ਤੁਸੀਂ ਪਹਿਲਾਂ ਨਹੀਂ ਕਰਾ ਸਕਦੇ। PCC ਹੈਗਾ, ਪੁਲਿਸ ਕਲੀਅਰੈਂਸ ਸਰਟੀਫਿਕੇਟ ਤੁਸੀਂ ਪਹਿਲਾਂ ਕਰਾ ਸਕਦੇ ਹੋ। ਉਹਨੂੰ ਬਹੁਤ ਟਾਈਮ ਲਾ ਲੈਂਦਾ, ਖਾਸ ਕਰਕੇ ਪੰਜਾਬ ਦੇ ਵਿੱਚ। ਲੁਧਿਆਣੇ 'ਚ ਮੈਂ ਗੱਲ ਕਰਾਂ, ਮੈਨੂੰ 45 ਡੇਜ਼ ਲੱਗ ਗਏ ਸੀਗੇ PCC। ਇਹ ਚੀਜ਼ ਨੋਟ ਡਾਊਨ ਕਰਨ ਵਾਲੀ ਆ ਵੀ ਜਿਹੜਾ ਇਹ ਡਾਕੂਮੈਂਟ ਦੀ ਗੱਲ ਕਰ ਰਹੇ ਆ ਉਹ ਤੁਸੀਂ ਪਹਿਲਾਂ ਕਰਾ ਕੇ ਰੱਖੋ ਜੇ ਤੁਸੀਂ ਕੈਨੇਡਾ ਵਿੱਚ ਜਾਣ 'ਚ ਇੰਟਰਸਟਡ ਹੋ, ਕਿਉਂਕਿ ਜਿੱਦਾਂ ਭਾਈ ਨੇ ਦੱਸਿਆ ਵੀ 45 ਦਿਨ ਲੱਗ ਜਾਂਦੇ, ਬਹੁਤ ਜ਼ਿਆਦਾ ਟਾਈਮ ਆ, ਤੇ ਇਸ ਲਈ ਪਹਿਲਾਂ ਕਰਾ ਕੇ ਰੱਖੋ ਆਪਣਾ ਡਾਕੂਮੈਂਟ। ਠੀਕ ਹੈ ਜੀ, ਅੱਗੇ ਚੱਲਦੇ ਆਪਾਂ। ਔਰ ਇੱਕ ਹੋਰ ਚੀਜ਼ ਹੈਗੀ ਆਪਣੇ ਵਰਕ ਐਕਸਪੀਰੀਅੰਸ। ਇਹ ਵੀ ਐਕਸਪੀਰੀਅੰਸ ਸਰਟੀਫਿਕੇਟ ਤੁਸੀਂ ਜਿਹੜੀ ਕੰਪਨੀ 'ਚ ਕੰਮ ਕਰਦੇ ਪਏ ਹੋ ਜਾਂ ਪਹਿਲਾਂ ਕੰਪਨੀਜ਼ 'ਚ ਕੰਮ ਕਰ ਲਿਆ, ਉਹਨਾਂ ਤੋਂ ਪਹਿਲਾਂ ਹੀ ਕਢਵਾ ਲਓ। ਮੋਸਟਲੀ ਇੰਡੀਆ ਦੇ ਵਿੱਚ ਜਿਹੜੀਆਂ IT ਕੰਪਨੀਜ਼ ਦਾ ਵਰਕ ਐਕਸਪੀਰੀਅੰਸ ਦਾ ਫਾਰਮੈਟ ਹੁੰਦਾ, ਉਹ ਸਿੰਪਲ 3-4 ਲਾਈਨਾਂ 'ਚ ਹੁੰਦਾ। ਠੀਕ ਹੈ ਜੀ, ਕਿ ਦਿਸ ਇਜ਼ ਟੂ ਸਰਟੀਫਾਈ ਕਿ ABC ਬੰਦੇ ਨੇ ਆਹ ਕੰਪਨੀ 'ਚ ਕੰਮ ਕੀਤਾ, ਆਹ ਡੇਟ ਤੋਂ ਆਹ ਡੇਟ। ਬਟ ਇਹ ਸਫੀਸ਼ੀਐਂਟ ਨਹੀਂ ਹੈ। ਠੀਕ ਹੈ, ਕਿਉਂਕਿ ਜਿਹੜੀ ਸਪੋਜ਼ ਕਰੋ ਤੁਸੀਂ ਵੀ ਇੱਕ ਇਮੀਗ੍ਰੇਸ਼ਨ ਆਫਿਸਰ ਹੋ, ਕੈਨੇਡਾ ਬੈਠੇ ਹੋ, ਠੀਕ ਹੈ, ਤੁਸੀਂ ਇੰਡੀਅਨ ਬੰਦੇ ਦੀ ਵੈਲਿਊਏਸ਼ਨ ਕਰਨੀ ਹੈ ਕਿ ਇਹ ਬੰਦਾ ਫਲਾਣੀ ਕੰਪਨੀ 'ਚ ਕੰਮ ਕਰਦਾ ਪਿਆ, ਇੰਨੀ ਸੈਲਰੀ ਸੀ, ਕੀ ਵਰਕ। ਤੁਸੀਂ ਇੱਕ ਲੈਟਰ ਨੂੰ ਇਸ ਫਾਰਮੈਟ 'ਚ ਲਿਖਣਾ ਕਿ ਉਹ ਤੁਹਾਨੂੰ ਰੈਪਰੈਜ਼ੈਂਟ ਕਰੇ ਉਹ ਆਫਿਸਰ ਨੂੰ। ਆਫਿਸਰ ਨੂੰ ਕੁਝ ਹੋਰ ਨਾ ਸਰਚ ਕਰਨਾ ਪਵੇ ਤੁਹਾਡੇ ਬਾਰੇ ਜਾਂ ਜਿੱਥੇ ਤੁਸੀਂ ਕੰਮ ਕੀਤਾ। ਸੋ ਫਾਰਮੈਟ ਬਹੁਤ ਇੰਪੋਰਟੈਂਟ ਹੈ ਇਹਦੇ ਵਿੱਚ। ਪਹਿਲੀ ਗੱਲ, ਇਹ ਕੰਪਨੀ ਦੇ ਆਫੀਸ਼ੀਅਲ ਲੈਟਰ ਹੈਡ ਤੇ ਹੋਣੀ ਚਾਹੀਦੀ ਹੈ। ਕੰਪਨੀ ਦਾ ਲੋਗੋ ਹੋਵੇ, ਲੈਟਰ ਹੈਡ ਹੋਵੇ, ਉੱਪਰ ਕੰਟੈਕਟ ਦੇ ਡਿਟੇਲ, ਫੋਨ ਨੰਬਰ, ਈਮੇਲ ID, ਫਿਰ ਮੈਂਸ਼ਨ ਕਰੇ ਕਿ ABC ਜਾਂ ਰਮਨ ਨੇ ਇਸ ਕੰਪਨੀ ਵਿੱਚ ਇੰਨੀ ਡੇਟ ਤੋਂ ਲੈ ਕੇ ਇੰਨੀ ਡੇਟ ਦਾ ਕੰਮ ਕੀਤਾ ਹੈ, ਜੌਬ ਕੀਤਾ ਹੈ, ਔਰ ਇਹਦੀਆਂ ਮੇਜਰ ਰਿਸਪੌਂਸਿਬਿਲਿਟੀਜ਼। ਠੀਕ ਹੈ ਜੀ। ਇੱਕ ਚੀਜ਼ ਆਉਂਦੀ ਹੈ NOC ਕੋਡ ਹੁੰਦਾ ਹਰ ਕੈਨੇਡੀਅਨ ਜੌਬ ਦਾ ਕੋਡ ਹੁੰਦਾ ਇੱਕ, ਜਿਹਦਾ ਵੈਬ ਡਿਵੈਲਪਰ ਦਾ ਕੋਡ ਹੈਗਾ 2175 2175 ਡਿਜ਼ਾਈਨਰ ਤੇ ਡਿਵੈਲਪਰ ਦਾ। ਸੋ ਤੁਸੀਂ NOC CIC ਦੀ ਵੈਬਸਾਈਟ ਤੋਂ ਦੇਖਣਾ ਕਿ ਤੁਹਾਡੀ ਜੌਬ ਦੀ ਰਿਸਪੌਂਸਿਬਿਲਿਟੀਜ਼ ਕੀ ਕੀ ਹੈ। ਉਹ 5-6 ਲਾਈਨਾਂ ਦੀਆਂ ਰਿਸਪੌਂਸਿਬਿਲਿਟੀਜ਼ ਹੁੰਦੀਆਂ, ਉਹਨਾਂ ਨੂੰ ਐਜ਼ ਇਟ ਇਜ਼ ਚੱਕੋ। ਆਪਣਾ ਜਿਹੜਾ ਐਕਸਪੀਰੀਅੰਸ ਸਰਟੀਫਿਕੇਟ ਤੁਸੀਂ ਕੰਪਨੀ 'ਚੋਂ ਲਿੱਤਾ ਵਾ ਜਾਂ ਲੈਣਾ, ਉਹਦੇ ਵਿੱਚ ਉਹਨਾਂ ਨੂੰ ਦੇਖੋ ਕਿ ਤੁਹਾਡੀ ਜੌਬ ਰਿਸਪੌਂਸਿਬਿਲਿਟੀ ਉਹਦੇ ਨਾਲ ਮੈਚ ਕਰਦੀਆਂ ਜਾਂ ਨਹੀਂ। ਐਟਲੀਸਟ 2 ਜਾਂ 3 ਜੌਬ ਰਿਸਪੌਂਸਿਬਿਲਿਟੀਜ਼ ਮੈਚ ਕਰਨੀਆਂ ਚਾਹੀਦੀਆਂ ਉਹਦੇ ਨਾਲ। ਹੁਣ ਐਕਸਪੀਰੀਅੰਸ ਲੈਟਰ ਦਾ ਜਿਹੜਾ ਆਪਾਂ ਫਾਰਮੈਟ ਲਿਖਾਂਗੇ ਉਹ ਹਰੇਕ ਦਾ ਡਿਫਰੈਂਟ ਹੋਊਗਾ, ਲੇਕਿਨ ਕੁਝ ਕਾਮਨ ਕ੍ਰਾਈਟੇਰੀਆ ਵੀ ਹੋਊਗਾ ਵੀ ਉਹ ਬੰਦਾ ਮੈਂਸ਼ਨ ਕਰ ਦੇਵੇ ਜਾਂ ਉਸ ਡਾਕੂਮੈਂਟ ਤੋਂ ਕਲੀਅਰ ਹੋ ਜਾਊਗਾ ਵੀ ਹਰੇਕ ਬੰਦਾ ਆਪਣੇ ਹਿਸਾਬ ਨਾਲ ਮੋਲਡ ਕਰਕੇ ਇੱਕ ਬਣਾ ਸਕਦਾ ਡਾਕੂਮੈਂਟ। ਹਾਂ, ਹਰੇਕ ਬੰਦਾ ਉਹ ਡਾਕੂਮੈਂਟ ਨੂੰ ਮੋਲਡ ਕਰਕੇ ਬਣਾ ਸਕਦਾ, ਕਿਉਂਕਿ ਉਹਦੇ ਵਿੱਚ ਆਪਾਂ ਬੇਸਿਕਲੀ ਇਹ ਮੈਂਸ਼ਨ ਕਰਨਾ ਕਿ ਤੁਹਾਡੀ ਸੈਲਰੀ ਕਿੰਨੀ ਸੀ ਕੈਨੇਡੀਅਨ ਡਾਲਰ 'ਚ। ਅਗਰ ਤੁਸੀਂ ਆਪਣੇ HR ਨੂੰ ਰਿਕੁਐਸਟ ਕਰੋ ਕਿ ਇਹਨੂੰ ਕਨਵਰਟ ਕਰਕੇ ਲਿਖਦਾ, ਉਹ ਜ਼ਿਆਦਾ ਵਧੀਆ ਵਾ। ਤੁਹਾਡੀ ਜਿਹੜੀ ਜੌਬ ਪ੍ਰੋਫਾਈਲ, ਲਾਈਕ ਮੇਰੀ ਜੌਬ ਪ੍ਰੋਫਾਈਲ ਸੀ ਵੈਬ ਡਿਵੈਲਪਰ, ਮੈਂ ਆਪਣਾ NOC ਕੋਡ ਵੀ ਨਾਲ ਲਿਖਾਤਾ ਸੀ। ਜਿਹੜਾ ਹੁਣ NOC ਕੋਡ ਦੀ ਗੱਲ ਕੀਤੀ, ਇਹ ਆਪਾਂ ਨੂੰ ਕਿੱਥੋਂ ਮਿਲੂਗਾ? NOC ਕੋਡ ਦੀ ਲਿਸਟ ਹੈਗੀ ਆ CIC ਦੀ ਅਫੀਸ਼ੀਅਲ ਵੈਬਸਾਈਟ ਤੇ। ਅੱਛਾ, ਇਹ ਡਾਕੂਮੈਂਟ ਆਪਾਂ ਨੂੰ ਉਹਨਾਂ ਤੋਂ ਮਿਲੂਗਾ? ਇਹ NOC ਕੋਡ ਲਿਖੇ ਹੋਏ ਆ। ਹਾਂ, ਉਹ ਤੁਸੀਂ ਸਿਰਫ NOC ਕੋਡ ਇਹ ਮੈਂਸ਼ਨ ਕਿੱਥੇ ਕਰਨਾ ਆਪਾਂ? ਇਹ ਆਪਾਂ ਮਤਲਬ ਪਲੱਸ ਪੁਆਇੰਟ ਆ, ਅਗਰ ਤੁਸੀਂ ਐਕਸਪੀਰੀਅੰਸ ਸਰਟੀਫਿਕੇਟ ਦੇ ਵਿੱਚ ਮੈਂਸ਼ਨ ਕਰ ਇਹਨੂੰ ਲਿਖ ਦਿੰਦੇ ਹੋ NOC ਕੋਡ, ਇਹਨੂੰ ਲਿਖ ਸਕਦੇ ਹਾਂ NOC ਕੋਡ ਨੂੰ। ਤੇ ਉਹ ਜਦੋਂ ਜਿਹੜਾ ਆਪਾਂ ਫਾਰਮੈਟ ਸ਼ੇਅਰ ਕਰਾਂਗੇ ਉਹਦੇ 'ਚ ਤਾਂ ਦੱਸਿਆ ਵੀ ਇਸ ਲਾਈਨ ਤੋਂ ਬਾਅਦ ਤੁਸੀਂ ਇੱਥੇ ਲਿਖਣਾ ਹੈ, ਤਾਂ ਕੁਝ ਦੱਸਿਆ? ਹਾਂ, ਉਹਦੇ ਵਿੱਚ ਮਤਲਬ ਪੂਰਾ ਐਜ਼ ਇਟ ਇਜ਼ ਲਿਖਿਆ ਹੋਇਆ ਕਿ ABC ਪਰਸਨ ਨੇ ਆਹ ਕੰਪਨੀ ਦੇ ਵਿੱਚ ਆਹ ਵਾਲੇ NOC ਤੇ ਇੰਨੇ ਤੋਂ ਇੰਨੇ ਜੌਬ ਕੀਤੀ ਸੀ, ਇਹਦੀ ਪਰ ਵੀਕ ਕਿੰਨੇ ਆਵਰ ਜੌਬ ਸੀਗੀ। ਇੰਡੀਆ ਦੇ ਵਿੱਚ ਆਪਾਂ ਵੀਕਲੀ ਕੰਮ ਨਹੀਂ ਕਰਦੇ, ਇਸ ਲਈ ਇਹ ਜ਼ਰੂਰੀ ਹੈ ਕਿ ਪਰ ਵੀਕ ਤੁਸੀਂ ਕਿੰਨੇ ਆਵਰ ਕੰਮ ਕਰਦੇ ਸੀ। ਠੀਕ ਹੈ। ਔਰ ਤੁਹਾਡੀ ਸੈਲਰੀ ਕਿੰਨੀ ਸੀ, ਜੌਬ ਰਿਸਪੌਂਸਿਬਿਲਿਟੀ ਕਿੰਨੀ ਸੀ। ਐਂਡ ਤੇ ਜਿਹੜਾ ਫੁੱਟਰ ਆਉਂਦਾ ਉਹਦਾ ਐਕਸਪੀਰੀਅੰਸ ਲੈਟਰ ਦਾ, ਉਹਦੇ ਵਿੱਚ ਤੁਸੀਂ ਮੈਂਸ਼ਨ ਤੁਹਾਡੇ HR ਦੇ ਸਾਈਨ, ਸਟੈਂਪ, ਈਮੇਲ ID, ਫੋਨ ਨੰਬਰ, ਇਹ ਜੋ ਬਹੁਤ ਜ਼ਰੂਰੀ ਹੈ ਚੀਜ਼ਾਂ। ਔਰ ਆਪਣੇ HR ਦੇ ਨਾਲ ਵੀ ਗੱਲ ਕਰਕੇ ਰੱਖੋ ਕਿ ਅਗਰ
ਕੈਨੇਡੀਅਨ ਇਮੀਗ੍ਰੇਸ਼ਨ ਆਫੀਸਰ ਤੋਂ ਕਾਲ ਆਉਂਦੀ ਹੈ ਜਾਂ ਈਮੇਲ ਆਉਂਦੀ ਆ, ਉਹ ਤੁਹਾਡੇ ਬਾਰੇ ਦੱਸ ਦੇਣ ਕਿ ਹਾਂ ਇਹ ਪਰਸਨ ਨੇ ਇੱਥੇ ਕੰਮ ਕੀਤਾ ਸੀਗਾ। ਇਹ ਸੀਗਾ ਮਤਲਬ ਆਪਾਂ ਇਹ ਚੀਜ਼ਾਂ ਸਿਰਫ 60 ਦਿਨਾਂ ਤੋਂ ਪਹਿਲਾਂ ਆਪਾਂ ਇਹ ਚੀਜ਼ ਪ੍ਰਿਪੇਅਰ ਕਰ ਸਕਦੇ ਹਾਂ, ਤਾਂ ਕਿ ਜਿਹੜਾ ਆਪਣੇ 60 ਦਿਨ ਦੇ ਵਿੱਚ ਟਾਈਮ ਵੇਸਟ ਹੋਣਾ ਸੀਗਾ ਉਹ ਨਾ ਹੋਵੇ। ਠੀਕ ਆ, ਤੁਸੀਂ ਮੈਡੀਕਲ ITA ਤੋਂ ਬਾਅਦ ਹੀ ਕਰ ਸਕਦੇ ਹੋ, ਕਿਉਂਕਿ ਜਿਹੜੇ ਵੀ ਹਸਪੀਟਲ 'ਚ ਤੁਸੀਂ ਮੈਡੀਕਲ ਕਰਾਉਣ ਜਾਓਗੇ ਉਹ ਤੁਹਾਨੂੰ ਪੁੱਛੂਗੇ ਕਿ ਤੁਸੀਂ ਆਪਣੀ ITA ਲੈਟਰ ਦਿਖਾਓ। ਉੱਥੇ ਤੁਹਾਨੂੰ ITA ਲੈਟਰ ਦਿਖਾਣੀ ਪੈਂਦੀ, ਉਸ ਲੈਟਰ ਦੇ ਬੇਸ ਤੇ ਆਪਣੇ ਉਹ ਮੈਡੀਕਲ ਕਰਕੇ ਦੇਣਗੇ ਆਪਾਂ ਨੂੰ। ਔਰ ਮੈਡੀਕਲ ਮੋਸਟਲੀ ਅਪੋਲੋ ਹਸਪੀਟਲ 'ਚ ਹੀ ਹੁੰਦਾ, ਲੁਧਿਆਣੇ ਜਿਹੜਾ ਅਪੋਲੋ, ਉਹਨਾਂ ਦੀ ਆਨਲਾਈਨ ਅਪਾਇੰਟਮੈਂਟ ਹੈਗੀ ਆ। ਉਹਦਾ ਵੈਬਸਾਈਟ ਦਾ ਐਡਰੈਸ ਨੀਚੇ ਪਾ ਦਾਂਗੇ, ਉੱਥੇ ਤੁਸੀਂ ਜਾਓ, 4500 ਰੁਪਇਆ ਲੱਗਦਾ, ਕੋਈ ਏਜੰਟ ਦੀ ਲੋੜ ਨਹੀਂ ਹੈਗੀ। ਆਪਣੀ ਅਪਾਇੰਟਮੈਂਟ ਫਿਕਸ ਕਰੋ, 4 ਜਾਂ 5 ਘੰਟੇ ਦਾ ਪੂਰਾ ਮੈਡੀਕਲ ਹੁੰਦਾ, ਪੂਰਾ ਬੋਡੀ ਦਾ ਮੈਡੀਕਲ ਹੋਊਗਾ, ਜੋ ਮਰਜ਼ੀ ਖਾ ਕੇ ਜਾ ਸਕਦੇ ਹੋ, ਤੁਹਾਨੂੰ ਕੋਈ ਇੱਦਾਂ ਦਾ ਇਸ਼ੂ ਨਹੀਂ ਹੈ। ਠੀਕ ਹੈ ਜੀ। ਮੈਡੀਕਲ ਹੋ ਗਿਆ ਆਪਣਾ ਕਾਫੀ। ਨੈਕਸਟ ਸਟੈਪ ਆਪਣਾ ਆ ਗਿਆ, ਹੁਣ ITA ਆਪਣੇ ਕੋਲ ਆਈ ਹੋਈ ਹੈ, ਆਪਣੇ ਕੋਲ ਹੌਲੀ ਹੌਲੀ ਡਾਕੂਮੈਂਟ ਇਕੱਠੇ ਕਰਦੇ ਪਏ। ਸਭ ਤੋਂ ਮੇਨ ਜਿਹੜਾ ਇੱਕ ਡਾਕੂਮੈਂਟ ਆ ਜਾਂਦਾ POF, ਪ੍ਰੂਫ ਆਫ ਫੰਡ। ਪ੍ਰੂਫ ਆਫ ਫੰਡ ਦੇ ਵਿੱਚ ਕਾਫੀ ਕੌਨਫਲਿਕਟਸ ਆ ਜਾਂਦੇ ਆ, ਜਿਵੇਂ ਕਿ ਤੁਸੀਂ ਆਪਾਂ ਕੇਸ ਲੈ ਲੈਂਦੇ ਹਾਂ, ਜਿੱਦਾਂ ਰਮਨ ਦੇ ਕੋਲੇ 2 ਲੱਖ ਰੁਪਏ ਉਹਦੇ ਅਕਾਊਂਟ 'ਚ ਹੈਗਾ, 3 ਲੱਖ ਉਹਨੇ ਆਪਣੇ ਫਾਦਰ ਤੋਂ ਲੈਣਾ ਜਾਂ ਬਾਕੀ ਅਮਾਊਂਟ ਆਪਣੇ ਫਾਦਰ ਤੋਂ ਲੈਣਾ। ਠੀਕ ਹੈ ਜੀ। ਇੱਦਾਂ ਮਤਲਬ ਕਾਫੀ ਨਾ ਉਹ ਕਨਫਿਊਜ਼ਿੰਗ ਹੋ ਜਾਂਦਾ ਪ੍ਰੋਸੈਸ। ਇੱਕ ਕਿੰਨੀ ਮਿਨੀਮਮ ਅਮਾਊਂਟ ਚਾਹੀਦੀ ਹੈ? ਮਿਨੀਮਮ ਅਮਾਊਂਟ ਵੀ ਜਿਹੜਾ 12,669 669 ਡਾਲਰਸ, ਇਹ ਕੈਨੇਡੀਅਨ ਵੈਬਸਾਈਟ ਤੇ ਮੈਂਸ਼ਨ ਕੀਤਾ ਹੈ ਅਗਰ ਤੁਸੀਂ ਸਿੰਗਲ ਐਪਲੀਕੈਂਟ ਹੋ। ਠੀਕ ਹੈ। ਅਗਰ ਤੁਸੀਂ ਦੋ ਜਣੇ ਹੋ ਤਾਂ ਇਸ ਤੋਂ ਵੱਧ ਆ, ਉਹ ਤੁਹਾਨੂੰ ਲਿੰਕ ਪਾ ਦਾਂਗੇ। CIC ਦੀ ਵੈਬਸਾਈਟ ਤੇ ਸਾਰਾ ਅਫੀਸ਼ੀਅਲ ਡੇਟਾ ਪਿਆ ਹੋਇਆ, ਤੁਸੀਂ ਕੁਝ ਵੀ ਸਰਚ ਕਰਨਾ, ਹੋਰ ਬਹੁਤ ਵੈਬਸਾਈਟਾਂ ਹੈਗੀਆਂ, canadavisa.com ਹੈਗੀਆਂ, ਮਤਲਬ ਲੋਕਾਂ ਨੇ ਆਪਣੀਆਂ ਬਣਾਈਆਂ ਹੋਈਆਂ, ਕਈ ਕੰਸਲਟੈਂਟ ਨੇ ਆਪਣੀਆਂ ਬਣਾਈਆਂ, ਬਟ ਉਹਨਾਂ ਤੇ ਅਫੀਸ਼ੀਅਲ ਇਨਫੋਰਮੇਸ਼ਨ ਨਹੀਂ ਹੁੰਦੀ। ਸੋ ਜੋ ਵੀ ਦੇਖਣਾ, ਤੁਸੀਂ ਆਪਣੀ NSV ਕੋਡ ਦੇਖਣਾ, ਤੁਸੀਂ ਕਿੰਨੇ ਫੰਡ ਅਮਾਊਂਟ ਚਾਹੀਦੇ, ਕੀ ਡਾਕੂਮੈਂਟ ਚਾਹੀਦੇ, ਤੁਹਾਡੀ ਫੋਟੋਗ੍ਰਾਫ ਲਈ ਕੀ ਰਿਕੁਆਇਰਮੈਂਟਸ ਹੈ, ਡਿਜੀਟਲ ਫੋਟੋਗ੍ਰਾਫ ਦਾ ਵੀ ਹੈਗਾ ਕਿ 33 mm ਉੱਪਰੋਂ ਇੰਨੀ ਸਪੇਸ ਹੋਵੇ, ਬੈਕਗਰਾਉਂਡ ਕਿਹੜੇ ਕਲਰ ਦੀ ਹੋਵੇ, ਮਤਲਬ ਇਹ ਸਾਰੀ ਇੰਸਟਰਕਸ਼ਨ CIC ਦੀ ਵੈਬਸਾਈਟ ਤੇ ਹੈਗੀ ਆ। ਸੋ ਅਗਰ ਤੁਸੀਂ ਸਿੰਗਲ ਐਪਲੀਕੈਂਟ ਹੋ ਤਾਂ ਤੁਹਾਨੂੰ $12,669 ਲੈ ਆਪਣੇ ਅਕਾਊਂਟ 'ਚ ਮਤਲਬ ਮੇਨਟੇਨ ਕਰਨੇ ਪੈਣੇ ਜਦੋਂ ਤੁਸੀਂ ਫਾਈਲ ਅਪਲੋਡ ਕੀਤੀ। ਅਗਰ ਤੁਹਾਡੇ ਅਕਾਊਂਟ ਦੇ ਵਿੱਚ ਪਹਿਲਾਂ ਤੋਂ ਹੀ ਹੈਗੇ ਆ, ਮੰਨ ਲਓ ਰਮਨ ਦੇ ਅਕਾਊਂਟ 'ਚ ਇੰਡੀਅਨ 7 ਲੱਖ ਰੁਪਇਆ ਪਿਛਲੇ 6 ਮਹੀਨੇ ਦਾ ਪਿਆ, ਤਾਂ ਤੁਹਾਨੂੰ ਸਿਰਫ ਇੱਕ ਬੈਂਕ ਤੋਂ ਇੱਕ ਬੈਂਕ ਲੈਟਰ, ਅਫੀਸ਼ੀਅਲ ਬੈਂਕ ਲੈਟਰ ਪ੍ਰਿੰਟ ਉਹਨਾਂ ਦੇ ਲੈਟਰ ਹੈਡ ਤੋਂ ਕਢਵਾ ਲਓ ਕਿ ਰਮਨ ਦੇ ਅਕਾਊਂਟ ਦੇ ਵਿੱਚ 6 ਜਾਂ 7 ਲੱਖ ਰੁਪਇਆ ਇੰਨੀ ਡੇਟ ਤੋਂ ਇੰਨੀ ਡੇਟ ਤੱਕ ਪਿਆ ਹੋਇਆ, ਔਰ ਇਹ ਆਪਣਾ ਯੂਜ਼ ਕਰ ਸਕਦਾ। ਇਹ ਸੀਗਾ ਰਮਨ ਦਾ ਕੇਸ। ਅਗਰ ਉਹਦੇ ਕੋਲ ਪਿਛਲੇ 6 ਮਹੀਨੇ ਪੁਰਾਣਾ ਫੰਡ ਪਿਆ। ਠੀਕ ਹੈ। ਹੁਣ ਆਪਾਂ ਕੇਸ ਲੈਂਦੇ ਆ, ਹੁਣ ਆਪਾਂ ਇੱਕ ਹੋਰ ਕੇਸ ਲੈਂਦੇ ਹਾਂ ਜਿਹਦੇ ਵਿੱਚ ਇੱਕ ਬੰਦੇ ਕੋਲ ਕੋਈ ਵੀ ਫੰਡ ਦੇ ਨਾਂ ਤੇ ਕੁਛ ਰੁਪਈਆ ਨਹੀਂ ਹੈਗਾ। ਮੰਨ ਲਓ ਆਪਾਂ ਐਗਜ਼ਾਮਪਲ ਕਿਸੇ ਹੋਰ ਨਾਮ ਦੇ ਲੈ ਲੈਣਾ, ਮੰਨ ਲਓ ਇੱਕ ਨਾਮ ਹੈਗਾ ਮਨੋਜ, ਕੋਈ ਹੈਗਾ ਲੜਕਾ, ਉਹਦੇ ਅਕਾਊਂਟ 'ਚ ਹੈਗੇ ਨੇ 2 ਲੱਖ ਰੁਪਇਆ। ਚਲੋ ਮਨੋਜ ਦੇ ਅਕਾਊਂਟ 'ਚ 2 ਲੱਖ ਰੁਪਇਆ। ਹੁਣ ਉਹ POF ਪ੍ਰੂਫ ਕਿੱਦਾਂ ਲਗਾਊਗਾ? ਠੀਕ ਹੈ। POF ਲਈ ਉਹਨੂੰ ਮਨੋਜ ਨੇ ਕੀ ਕਰਨਾ, ਜਾਂ ਤਾਂ ਆਪਣੇ ਮਦਰ ਜਾਂ ਆਪਣੇ ਫਾਦਰ ਤੋਂ ਇੱਕ ਗਿਫਟ ਡੀਡ ਬਣਵਾਊਗਾ। ਗਿਫਟ ਡੀਡ ਦਾ ਪ੍ਰੋਸੈਸ ਥੋੜਾ ਲੰਬਾ ਵਾ, ਡਾਕੂਮੈਂਟ ਤੁਸੀਂ ਪਹਿਲਾਂ ਹੀ ਪ੍ਰਪੇਅਰ ਕਰ ਸਕਦੇ। ਇਹ ਵੀ ਜਿਹੜਾ POF ਦੀ ਮਤਲਬ ਡਾਕੂਮੈਂਟਸ ਇਹ ਸਾਰੇ ਤੁਸੀਂ ITA ਤੋਂ ਪਹਿਲਾਂ ਤਿਆਰ ਕਰ ਸਕਦੇ ਹੋ ਤਾਂ ਕਿ ਤੁਹਾਡਾ ਟਾਈਮ ਸੇਵ ਹੋ ਜੇ। ਠੀਕ ਹੈ। ਹੁਣ 2 ਲੱਖ ਉਹਦੇ ਅਕਾਊਂਟ 'ਚ ਪਹਿਲਾਂ ਪਿਆ ਸੀਗਾ, ਉਹਨੂੰ ਚਾਹੀਦਾ 6,50,000 ਜਾਂ 60,000 ਰੁਪਇਆ ਹੋਰ ਚਾਹੀਦਾ, ਮਤਲਬ ਟੋਟਲ ਤੁਸੀਂ ਪੌਣੇ 7 ਲੱਖ ਰੁਪਇਆ ਆਪਣੇ ਅਕਾਊਂਟ 'ਚ ਜਮ੍ਹਾਂ ਕਰਨਾ ਹੁੰਦਾ। ਠੀਕ ਹੈ। 2 ਲੱਖ ਪਹਿਲਾਂ ਪਿਆ ਸੀ, ਉਹਨੇ ਆਪਣੇ ਫਾਦਰ ਦੇ ਅਕਾਊਂਟ 'ਚੋਂ ਇੱਕ ਚੈੱਕ ਬਣਵਾਉਣਾ, ਉਹ ਆਪਣੇ ਅਕਾਊਂਟ 'ਚ ਲਗਾਊਗਾ। ਨੋਟ ਕਰ ਲਓ ਕਿ ਅਗਰ ਜਦੋਂ ਉਹ ਆਪਣੇ ਫਾਦਰ ਦੇ ਅਕਾਊਂਟ 'ਚ ਆਪਣੇ ਅਕਾਊਂਟ 'ਚ ਚੈੱਕ ਲਗਾਉਂਦਾ, ਉਹ ਚੈੱਕ ਨੂੰ ਪਹਿਲਾਂ ਸਕੈਨ ਕਰਕੇ ਰੱਖ ਲਓ। ਇਹ ਨਾ ਹੋਵੇ ਤੁਸੀਂ ਚੈੱਕ ਲਗਾਇਆ ਬੈਂਕ 'ਚ, ਤੁਹਾਡੇ ਕੋਲ ਕੋਈ ਪ੍ਰੂਫ ਹੀ ਨਹੀਂ ਰਿਹਾ, ਕਿਉਂਕਿ ਉਹ ਵਾਲਾ ਚੈੱਕ ਆਪਾਂ ਸਕੈਨ ਕਰਕੇ CIC ਆਪਣੇ ਇਹ ਡਾਕੂਮੈਂਟ ਨਾਲ ਅਪਲੋਡ ਕਰਨਾ। ਜਦੋਂ ਤੁਸੀਂ ਪ੍ਰੂਫ ਆਫ ਫੰਡ ਐਜ਼ ਅ ਗਿਫਟ ਡੀਡ ਲਗਾਉਂਦੇ ਹੋ, ਤੁਹਾਨੂੰ 2 ਐਫੀਡੇਵਿਟ ਬਣਦੇ ਆ। ਇੱਕ ਐਫੀਡੇਵਿਟ ਬਣੂਗਾ ਤੁਹਾਡੇ ਫਾਦਰ ਤੋਂ ਕਿ ਉਹਦੇ ਵਿੱਚ ਲਿਖਿਆ ਹੋਊਗਾ ਕਿ ਮੇਰੇ ਆਹ ਵਾਲੇ ਅਕਾਊਂਟ ਦੇ ਵਿੱਚ ਆਹ ਚੈੱਕ ਦੇ ਨਾਲ ਮੈਂ ਆਪਣੇ ਬੇਟੇ ਦੇ ਇਸ ਅਕਾਊਂਟ ਦੇ ਵਿੱਚ ਇੰਨੇ ਪੈਸੇ ਟ੍ਰਾਂਸਫਰ ਕਰ ਰਿਹਾ, ਔਰ ਇਹ ਮਤਲਬ ਪੂਰਾ ਫਰੀडम ਮੈਨੂੰ ਇਹ ਜਿੱਦਾਂ ਮਰਜ਼ੀ ਯੂਜ਼ ਕਰ ਸਕਦਾ। ਠੀਕ ਹੈ। ਦੂਸਰਾ ਐਫੀਡੇਵਿਟ ਲੱਗੂਗਾ ਤੁਹਾਡੇ ਵੱਲੋਂ ਕਿ ਮੈਨੂੰ ਇਹ ਗਿਫਟ ਮਿਲਿਆ ਆਪਣੇ ਫਾਦਰ ਤੋਂ ਔਰ ਮੈਂ ਮਤਲਬ ਪੂਰਾ ਲਾਇਬਲ ਆ, ਮੈਂ ਕਿਸੇ ਵੀ ਤਰ੍ਹਾਂ ਇਹ ਫੰਡ ਦੇ ਅਮਾਊਂਟ ਨੂੰ ਯੂਜ਼ ਕਰ ਸਕਦਾ। ਠੀਕ ਹੈ।
ਤੀਸਰਾ ਲੱਗੂਗਾ ਸਕੈਨ ਕਾਪੀ ਆਫ ਚੈੱਕ। ਠੀਕ। ਜਿਹੜਾ ਚੈੱਕ ਤੁਸੀਂ ਫਾਦਰ ਦੇ ਅਕਾਊਂਟ 'ਚੋਂ ਆਪਣੇ ਅਕਾਊਂਟ 'ਚ ਲਗਾਇਆ ਉਹਦੀ ਸਕੈਨ ਕਾਪੀ ਲੱਗੂਗੀ। ਚੌਥਾ ਪ੍ਰੂਫ ਲੱਗੂਗਾ ਤੁਹਾਡੇ ਬੈਂਕ ਦੀ 3 ਮਹੀਨੇ ਦੀ ਸਟੇਟਮੈਂਟ। ਚਾਹੇ ਤੁਹਾਡੇ ਬੈਂਕ ਅਕਾਊਂਟ 'ਚ ਕੋਈ ਰੁਪਈਆ ਵੀ ਨਹੀਂ ਸੀਗਾ ਤਾਂ ਵੀ ਤੁਹਾਨੂੰ ਪਿਛਲੇ 3 ਮਹੀਨੇ ਦੀ ਸਟੇਟਮੈਂਟ ਅਟੈਚ ਕਰਨੀ ਹੈ। ਉਹ ਤੁਸੀਂ ਚਾਹੇ ਆਨਲਾਈਨ ਪ੍ਰਿੰਟ ਕਢਾ ਲਓ ਚਾਹੇ ਜਿੱਦਾਂ ਕਰੀ। ਚੌਥਾ ਅਕਾਊਂਟ ਲੱਗੂਗਾ ਜਦੋਂ ਤੁਹਾਡੇ ਅਕਾਊਂਟ ਦੇ ਵਿੱਚ, ਚੌਥੀ ਜਿਹੜਾ ਡਾਕੂਮੈਂਟ ਆ, ਜਦੋਂ ਤੁਹਾਡੇ ਅਕਾਊਂਟ ਦੇ ਵਿੱਚ ਪੂਰਾ 7 ਲੱਖ ਜਾਂ 6,70,000 ਰੁਪਏ ਜਮ੍ਹਾਂ ਹੋ ਗਿਆ, ਫਿਰ ਆਪਣੇ ਬੈਂਕ 'ਚ ਜਾਓ, ਬੈਂਕ ਦੇ ਮੈਨੇਜਰ ਨੂੰ ਕਹੋ ਕਿ ਇੱਕ ਮੈਨੂੰ ਬੈਲੈਂਸ ਸਟੇਟਮੈਂਟ ਕੱਢ ਦਿਓ। ਉਹਨੂੰ ਕਹਿਣਾ ਬੈਲੈਂਸ ਸਟੇਟਮੈਂਟ। ਕੋਈ ਰੁਪਈਆ ਨਹੀਂ ਲੈਣਾ ਉਹਨਾਂ ਨੇ, ਫ੍ਰੀ ਹੁੰਦਾ। ਸਿਰਫ ਉਹ ਆਪਣੇ ਲੈਟਰ ਹੈਡ ਤੇ ਤੁਹਾਡੇ ਨਾਂ ਦੀ ਤੁਹਾਡੇ ਨਾਂ ਤੇ ਕਿੰਨੇ ਪੈਸੇ ਉਹਨਾਂ ਦੇ ਅਕਾਊਂਟ 'ਚ ਹੈਗੇ ਆ, ਉਸ ਡੇਟ ਦਾ ਪ੍ਰਿੰਟ ਆਊਟ ਕੱਢ ਕੇ ਨਾਲ ਸਟੈਂਪ ਲੱਗੀ ਹੋਊਗੀ, ਨਾਲ ਮੈਨੇਜਰ ਦੇ ਸਾਈਨ ਹੋਊਗੇ, ਔਰ ਲੈਟਰ ਹੈਡ ਤੇ ਹੋਵੇ ਤਾਂ ਬਹੁਤ ਵਧੀਆ। ਮੇਰਾ ਤਾਂ ਸਿੰਪਲ ਉਹਨਾਂ ਨੇ ਉਹ A4 ਸਾਈਜ਼ ਪੇਪਰ ਤੇ ਕਰਤਾ ਸੀ, ਕਹਿੰਦੇ ਕਿ ਸਾਡੇ ਲੈਟਰ ਹੈਡ ਖਤਮ ਹੋਏ ਆ SBI ਵਾਲੇ ਤੋਂ। ਤੇ ਮਤਲਬ ਇਹ 5 ਡਾਕੂਮੈਂਟ ਤੁਹਾਨੂੰ ਚਾਹੀਦੇ ਐਜ਼ ਅ ਪ੍ਰੂਫ ਆਫ ਫੰਡ। ਇਹ ਵੀ ਤੁਸੀਂ ITA ਤੋਂ ਪਹਿਲਾਂ ਪ੍ਰਿਪੇਅਰ ਕਰ ਸਕਦੇ ਹੋ, ਤੁਹਾਡਾ ਟਾਈਮ ਸੇਵ ਹੋ ਜਾਊਗਾ ਉਹਦੇ ਨਾਲ। ਠੀਕ ਹੈ। ਕਾਫੀ ਜ਼ਿਆਦਾ ਇਨਫੋਰਮੇਸ਼ਨ ਆਪਾਂ ਨੂੰ ਮਿਲ ਚੁੱਕੀ ਹਾਲ ਤੱਕ। ਆਪਣੇ ਕੋ ਮੰਨ ਲਓ ਹੁਣ ਸਾਰੇ ਡਾਕੂਮੈਂਟਸ ਆਪਣੇ ਕੰਪਲੀਟ ਹੋ ਗਏ। ਠੀਕ ਹੈ। ਇਹਦੇ ਵਿੱਚ ਆਪਾਂ ਮੈਡੀਕਲ ਵੀ ਹੋ ਗਿਆ, ECA ਵੀ ਹੋ ਗਈ, PCC ਪੁਲਿਸ ਕਲੀਅਰੈਂਸ ਸਰਟੀਫਿਕੇਟ ਵੀ। ਜਿੱਦਾਂ ਤੁਸੀਂ ਪਾਸਪੋਰਟ ਅਪਲਾਈ ਕੀਤਾ ਸੀ ਪਹਿਲੀ ਵਾਰੀ, ਉੱਦਾਂ ਹੀ ਪਾਸਪੋਰਟ ਦੀ ਸਾਈਟ ਤੇ ਜਾ ਕੇ ਅਪਾਇੰਟਮੈਂਟ ਲਓ। ਉਹਨਾਂ ਨੂੰ ਕਹੋ ਮੈਂ PCC ਕਰਾਉਣੀ ਹੈ। ਉੱਥੇ ਆਪਸ਼ਨ ਹੈਗਾ PCC ਦਾ, ਕਿਹੜੀ ਕੰਟਰੀ ਲਈ ਕਰਾਉਣੀ ਹੈ, ਕੈਨੇਡਾ ਉੱਥੇ ਸਿਲੈਕਟ ਕਰ ਲਓ। ਔਰ ਮਤਲਬ ਅਪਾਇੰਟਮੈਂਟ ਆ ਗਈ, ਫਿਰ ਤੁਸੀਂ ਉੱਥੇ ਜਾਓਗੇ। ਫਿਰ ਪੁਲਿਸ ਵਾਲੇ ਘਰੇ ਵੈਰੀਫਿਕੇਸ਼ਨ ਲਈ ਆਉਂਦੇ ਆ ਕਿ ਹਾਂ ਤੁਸੀਂ PCC ਫਿਲ ਕੀਤੀ ਸੀ। ਤੇ ਫਿਰ ਮਤਲਬ 45 ਦਿਨਾਂ ਬਾਅਦ ਫਿਰ ਤੁਹਾਨੂੰ ਉੱਥੇ ਪਾਸਪੋਰਟ ਆਫਿਸ ਜਾਣਾ ਪੈਣਾ, ਉੱਥੋਂ ਕਲੈਕਟ ਕਰਨਾ PCC, ਉਹਨੂੰ ਸਕੈਨ ਕਰੋ, ਅਪਲੋਡ ਕਰ ਦਿਓ PDF ਬਣਾ ਕੇ। ਠੀਕ ਹੈ। ਸਾਰੇ ਡਾਕੂਮੈਂਟ ਦੀ PDF ਬਣਨੀ ਹੈ, ਸਕੈਨ ਕਰਨੀ ਹੈ। ਫੋਨ ਨਾਲ ਫੋਟੋਆਂ ਖਿੱਚ ਕੇ ਨਾ ਕਰਿਓ। ਫਿਰ ਕਿੱਦਾਂ ਕਰੀਏ? ਮਤਲਬ ਆਫੀਸ਼ੀਅਲ ਜਿਹੜਾ ਸਕੈਨਰ ਹੁੰਦਾ, ਕਿਸੇ ਵੀ ਕੈਫੇ ਤੇ ਚੱਲ ਜਾਓ, ਸਕੈਨਰ ਨਾਲ ਆਪਾਂ ਇੱਕ ਕੋਈ ਐਪ ਨਹੀਂ ਯੂਜ਼ ਕਰ ਸਕਦੇ? ਕੈਮ ਸਕੈਨਰ ਕਰਕੇ ਕੁਝ ਅੱਛੀ ਐਪਸ ਆਉਂਦੀ ਜਿਹਦੇ ਨਾਲ ਲੱਗਦਾ ਵੀ ਬਿਲਕੁਲ ਲੱਗਦਾ ਵਾ, ਮਤਲਬ ਕਾਫੀ ਡਿਫਰੈਂਸ ਹੁੰਦਾ ਉਹਦੇ ਵਿੱਚ। ਹੁਣ ਮੰਨ ਲਓ ਆਪਣੀ ITA ਦੇ 60 ਦਿਨਾਂ ਦੇ ਵਿੱਚ ਆਪਾਂ ਸਾਰੇ ਡਾਕੂਮੈਂਟ ਕੰਪਲੀਟ ਹੋ ਗਏ। ਠੀਕ ਹੈ। ਡਾਕੂਮੈਂਟ ਆਪਾਂ ਅਪਲੋਡ ਕਰਤੇ। ਠੀਕ ਹੈ। ਔਰ ਜਿਹੜੀ 60 ਦਿਨਾਂ ਦੀ ਡੇਟ ਸੀਗੀ ਉਹ ਵੀ ਖਤਮ ਹੋ ਗਈ। ਹੁਣ ਤੁਸੀਂ ਕੀ ਕਰਨਾ? ਹੁਣ ਜਿੱਦਾਂ ਆਪਾਂ ਫੇਸਬੁੱਕ ਦੀਆਂ ਨੋਟੀਫਿਕੇਸ਼ਨ ਚੈੱਕ ਕਰਦੇ ਹਾਂ ਜਾਂ ਲੋਕਾਂ ਦੇ WhatsApp ਸਟੇਟਸ ਚੈੱਕ ਕਰਦੇ ਹਾਂ ਡੇਲੀ, ਉੱਦਾਂ ਤੁਹਾਨੂੰ ਆਪਣੀ CIC ਦੀ ਪ੍ਰੋਫਾਈਲ ਚੈੱਕ ਕਰਨੀ ਪੈਣੀ ਹੈ ਜਾਂ ਆਪਣੀ ਈਮੇਲ ਚੈੱਕ ਕਰਨੀ ਪੈਣੀ ਕਿ ਮੇਰਾ ਸਟੇਟਸ ਕੀ ਹੋ ਰਿਹਾ। ਠੀਕ ਹੈ। ਮੈਂ ਆਪਣਾ ਕੇਸ ਹੀ ਲੈ ਕੇ ਆਪਾਂ ਐਗਜ਼ਾਮਪਲ ਲੈ ਕੇ ਚੱਲਦੇ ਹਾਂ। ਮੈਂ 12 ਜੂਨ ਮੇਰੀ ਲਾਸਟ ਸੀਗੀ। 12 ਜੂਨ ਨੂੰ ਮੈਂ ਸਾਰੇ ਡਾਕੂਮੈਂਟ ਅਪਲੋਡ ਕਰਤੇ ਸੀਗੇ। ਠੀਕ ਹੈ। 12 ਜੂਨ ਤੋਂ ਲੈ ਕੇ ਮੈਨੂੰ ਫਿਰ ਇੱਕ ਮੇਲ ਆਈ ਸੀਗੀ ਮੈਡੀਕਲ ਦੀ, ਕਿਉਂਕਿ ਮੈਡੀਕਲ ਜਦੋਂ ਤੁਸੀਂ ਕਰਾ ਲੈਣੇ ਨਾ, ਉਹ ਇੱਕ ਰਿਸਿਪਟ ਦਿੰਦੇ ਆ ਪੋਲੋ ਵਾਲੇ, ਤੁਸੀਂ ਉਹ ਰਿਸਿਪਟ ਸਕੈਨ ਕਰਕੇ ਅਪਲੋਡ ਕਰਨੀ ਹੈ। ਮਤਲਬ ਤੁਸੀਂ ਆਪਣਾ ਮੈਡੀਕਲ ਵੀ ਇੱਧਰੋਂ ਆਪਣਾ ਰਿਸਿਪਟ ਦਾ ਪ੍ਰੂਫ ਕਰਤਾ ਕਿ ਹਾਂ ਮੈਡੀਕਲ ਮੇਰਾ ਹੋ ਗਿਆ, ਉੱਧਰੋਂ ਪੋਲੋ ਵਾਲਿਆਂ ਨੇ ਤੁਹਾਡੀ ਪ੍ਰੋਫਾਈਲ 'ਚ ਅਪਲੋਡ ਕਰ ਦੇਣਾ। ਠੀਕ ਹੈ। ਜਦੋਂ ਤੁਹਾਡਾ ਮੈਡੀਕਲ ਪਾਸ ਹੋ ਗਿਆ, ਮੈਨੂੰ 22 ਜੁਲਾਈ ਨੂੰ ਇੱਕ ਮੇਲ ਆਈ ਸੀਗੀ ਕਿ ਤੁਹਾਡਾ ਪਾਸਪੋਰਟ ਤੁਹਾਡਾ ਮੈਡੀਕਲ ਪਾਸ ਹੋ ਗਿਆ। ਠੀਕ ਹੈ। ਤਾਂ ਜਿਹੜੀ ਪ੍ਰੋਫਾਈਲ ਬਣੀ ਆ, ਪ੍ਰੋਫਾਈਲ ਦੇ ਵਿੱਚ ਪੂਰੇ ਕੁਐਸਚਨ ਲਿਖੇ ਹੋਏ ਆ ਕਿ ਤੁਹਾਡਾ ਮੈਡੀਕਲ ਪਾਸ ਹੋ ਗਿਆ ਜਾਂ ਨਹੀਂ, ਤੁਸੀਂ ਐਲੀਜੀਬਲ ਹੋ ਜਾਂ ਨਹੀਂ, ਉਹਦੇ ਸਟੇਟਸ ਇਦਾਂ ਟਿਕ ਮਾਰਕ ਹੁੰਦੇ ਰਹਿੰਦੇ ਆ। ਜਦੋਂ ਮੈਡੀਕਲ ਪਾਸ ਹੋ ਗਿਆ ਉੱਥੇ ਆ ਜਾਊਗਾ ਡੇਟ ਕਿ ਤੁਸੀਂ ਮੈਡੀਕਲ ਪਾਸ ਹੋ ਗਿਆ। ਠੀਕ ਹੈ। ਮੈਡੀਕਲ ਪਾਸ ਦੇ ਨਾਲ ਹੀ ਇੱਕ ਨੀਚੇ ਮੈਸੇਜ ਆਇਆ ਹੋਊਗਾ ਪ੍ਰੋਫਾਈਲ ਦੇ ਵਿੱਚ ਹੀ। ਮੈਸੇਜ ਦੇ ਵਿੱਚ ਇੱਕ ਬਾਇਓਮੈਟ੍ਰਿਕ ਕਰਾਉਣ ਲਈ ਇੱਕ ਅਫੀਸ਼ੀਅਲ ਲੈਟਰ ਹੁੰਦੀ ਹੈ PDF, ਉਹ ਤੁਸੀਂ ਪ੍ਰਿੰਟ ਆਊਟ ਕਢਾ ਲਿਓ। ਤੇ ਉਹ ਤੁਸੀਂ ਪ੍ਰਿੰਟ ਆਊਟ ਕਢਾ ਕੇ ਆਪਣੇ ਨੀਅਰ ਬਾਏ ਜਿਹੜਾ ਵੀ ਵੀਜ਼ਾ ਆਫਿਸ ਹੋਊਗਾ, ਜਲੰਧਰ, ਚੰਡੀਗੜ੍ਹ, ਦਿੱਲੀ, ਜਿਹੜਾ ਵੀ ਆ, ਮੇਰਾ ਜਲੰਧਰ ਸੀਗਾ, ਔਰ ਉਹ ਲੈਟਰ ਤੁਸੀਂ ਨਾਲ ਲੈ ਕੇ ਜਾਣੀ ਆ, ਸਿੱਧਾ ਉੱਥੇ ਵੀਜ਼ਾ ਆਫਿਸ ਦੇ ਕਾਊਂਟਰ ਤੇ ਦਿਓ ਕਿ ਮੈਂ ਜੀ ਬਾਇਓਮੈਟ੍ਰਿਕ ਕਰਾਉਣਾ। ਸਿੰਪਲ ਆ, 5 ਜਾਂ 10 ਮਿੰਟ ਲੱਗਦੇ ਆ, ਅੰਦਰ ਕੋਈ ਫੀਸ ਨਹੀਂ ਲੱਗਣੀ, ਕਿਉਂਕਿ ਤੁਸੀਂ ਬਾਇਓਮੈਟ੍ਰਿਕ ਦੀ ਫੀਸ ਆ ਉਹ ਤੁਸੀਂ ਜਦੋਂ ਪ੍ਰੋਫਾਈਲ ਸਬਮਿਟ ਕੀਤੀ ਸੀ ITA ਦੀ, ਉਦੋਂ ਹੀ ਸਬਮਿਟ ਕਰਤੀ ਸੀ ਆਪਾਂ। ਇੱਥੇ ਇੱਕ ਸਟੈਪ ਭੁੱਲ ਗਏ, ਸਟੈਪ ਨਹੀਂ ਭੁੱਲੇ, ਸੌਰੀ, ਪੇਮੈਂਟ ਮਤਲਬ ਪੈਸਾ ਕਿੰਨਾ ਲੱਗਦਾ ਕੈਨੇਡਾ ਜਾਣ ਲਈ। ਉਹ ਹਾਂ ਸੱਚ ਯਾਰ, ਇਹ ਸਟੈਪ ਅਸੀਂ ਭੁੱਲ ਗਏ, ਸੌਰੀ। ਇਹ ਮਤਲਬ ਬਹੁਤ ਵੱਡਾ, ਬਹੁਤ ਕਰੂਸ਼ੀਅਲ ਪੁਆਇੰਟ ਸੀਗਾ ਇਹ, ਕਿਉਂਕਿ ਆਪਾਂ ਏਜੰਟਾਂ ਕੋਲੇ ਜਾਂਦੇ ਕਿ ਹਾਂ ਜੀ ਮੈਂ PR ਜਾਣੀ, ਲਿਆਓ ਜੀ 8 ਲੱਖ ਲਿਆਓ, 12 ਲੱਖ ਲਿਆ ਕੇ, ਮਤਲਬ ਇੰਨੀ ਫੀਸ ਮੰਗਦੇ। ਓਫੀਸ਼ੀਅਲ ਜਿਹੜੀ ਫੀਸ ਹੈਗੀ ਉਹ ਹੈਗੀ $1150 ਐਮਬੈਸੀ ਦੀ ਫੀਸ। $1150 ਉਹਨੂੰ ਕਨਵਰਟ ਕਰ ਲਓ ਤਾਂ $55,000 ਰੁਪਇਆ ਬਣਦਾ ਇੰਡੀਆ ਦਾ। ਠੀਕ ਹੈ। ਠੀਕ ਹੈ। $80 ਲੈਂਦੇ ਉਹ ਬਾਇਓਮੈਟ੍ਰਿਕ ਦੇ।
ਇਹ ਤੁਸੀਂ $1210 ਬਣੇ ਸੀਗੇ ਮੇਰੇ। ਜਦੋਂ ਤੁਸੀਂ ਪ੍ਰੋਫਾਈਲ ਸਬਮਿਟ ਕਰਨੀ ਆ, ਡਾਕੂਮੈਂਟ ਸਾਰੇ ਅਪਲੋਡ, ਇਹਦੇ ਨਾ ਪ੍ਰੋਫਾਈਲ ਦੇ ਵਿੱਚ ਸੈਕਸ਼ਨ ਬਣੇ ਹੋਏ ਆ, ਠੀਕ ਹੈ। ਜਿਹੜੀ ਤੁਹਾਡੀ GCA ਕੀ ਦੀ ਪ੍ਰੋਫਾਈਲ ਆ। ਪਹਿਲੇ ਸੈਕਸ਼ਨ 'ਚ ਤੁਸੀਂ ਆਪਣੀ ਕੰਟੈਕਟ ਡਿਟੇਲ ਭਰਨੀ ਆ, ਦੂਜੇ 'ਚ ਐਜੂਕੇਸ਼ਨ, ਤੀਜੇ 'ਚ ਵਰਕ ਐਕਸਪੀਰੀਅੰਸ, ਚੌਥੇ ਦੇ ਵਿੱਚ ਪਿਛਲੇ 10 ਸਾਲਾਂ ਦੀ ਹਿਸਟਰੀ, ਕਿ ਪਿਛਲੇ 10 ਸਾਲਾਂ 'ਚ ਤੁਸੀਂ ਕੀ ਕੀਤਾ, ਸਿਰਫ ਟਾਈਪ ਕਰਨਾ ਉਹਦੇ ਵਿੱਚ, ਲਿਖ ਕੇ ਦੱਸਣਾ ਕਿ ਮੈਂ ਇੰਨੇ ਤੋਂ ਆਹ ਸਾਲ ਤੋਂ ਆਹ ਸਾਲ ਤੱਕ ਮੈਂ ਜੌਬ ਕੀਤੀ, ਆਹ ਸਾਲ ਤੋਂ ਆਹ ਸਾਲ ਤੱਕ ਮੈਂ ਐਜੂਕੇਸ਼ਨ ਮਤਲਬ ਮੇਰੀ ਡਿਗਰੀ ਕੰਪਲੀਟ ਹੋਈ, ਜੋ ਵੀ ਆ, ਤੇ ਪ੍ਰੈਜ਼ੈਂਟ ਵੀ ਦੱਸਣਾ ਤੁਸੀਂ ਹੁਣ ਕੀ ਕਰ ਰਹੇ ਹੋ। ਅਗਰ ਕੋਈ ਗੈਪ ਆ, ਤੁਸੀਂ ਗੈਪ ਵੀ ਮੈਂਸ਼ਨ ਕਰ ਸਕਦੇ ਹੋ। ਮੰਨ ਲਓ ਤੁਸੀਂ ਕੋਈ ਜੌਬ ਸਵਿਚ ਕੀਤੀ, 6 ਮਹੀਨੇ ਦਾ ਗੈਪ ਸੀ, ਮੈਂਸ਼ਨ ਕਰ ਦਿਓ। ਮਤਲਬ ਇਹ ਕੁਛ ਇੱਦਾਂ ਨਾ ਹੋਵੇ ਕਿ ਤੁਸੀਂ ਕੁਛ ਹਾਈਡ ਕਰਦੇ ਪਏ ਹੋ, ਠੀਕ ਹੈ। ਠੀਕ ਹੈ। ਔਰ ਜਦੋਂ ਹੁਣ ਆਪਾਂ ਪੇਮੈਂਟ ਕਰਤੀ, ਉਹ ਗਿਆ ਮਤਲਬ $1210 ਬਣਦੀ ਹੈ ਫੀਸ ਇਹਦੀ, ਓਫੀਸ਼ੀਅਲ ਐਮਬੈਸੀ ਦੀ ਫੀਸ ਆ। ਠੀਕ ਹੈ। ਉਹ ਤੁਸੀਂ ਬਾਇਓਮੈਟ੍ਰਿਕ ਦੇ ਨਾਲ ਕਰਕੇ ਆਪਾਂ ਜਦੋਂ ਪ੍ਰੋਫਾਈਲ ਸਬਮਿਟ ਕਰਤੀ, ਫਿਰ ਆਪਣਾ ਮੈਡੀਕਲ ਵੀ ਪਾਸ ਹੋ ਗਿਆ, ਫਿਰ ਆਪਣੇ ਬਾਇਓਮੈਟ੍ਰਿਕ ਫ੍ਰੀ ਹੋਊਗਾ, ਕਿਉਂਕਿ ਆਪਾਂ ਪੇਮੈਂਟ ਪਹਿਲਾਂ ਹੀ ਕਰਤੀ ਸੀ। ਵੀਜ਼ਾ ਆਫਿਸ ਜਾ ਕੇ ਬਾਇਓਮੈਟ੍ਰਿਕ ਕਰਾਤੇ, ਉਹ ਤੁਹਾਡੇ 10 ਫਿੰਗਰਸ ਇੱਦਾਂ ਹੱਥ ਖੜੇ ਕਰਕੇ ਇਹਦੀ ਬਾਇਓਮੈਟ੍ਰਿਕ ਲੈਂਦੇ ਆ ਸਕੈਨ ਕਰਕੇ, ਔਰ ਤੁਹਾਡੇ ਆਈ ਸਾਈਡ ਦੀ ਫੋਟੋ ਕਲਿੱਕ ਕਰਦੇ ਆ। ਜਿੱਦਾਂ ਕਿ ਆਪਾਂ ਵੀਜ਼ਾ ਆਫਿਸ ਜਾ ਕੇ ਆਪਾਂ ਆਪਣੀ ਬਾਇਓਮੈਟ੍ਰਿਕ ਸਬਮਿਟ ਕਰਤੀ ਹੈ, ਤੇ ਉਸ ਤੋਂ ਬਾਅਦ ਜਿਹੜਾ ਨੈਕਸਟ ਸਟੈਪ ਆ ਉਹਦੇ ਬਾਰੇ ਹੁਣ ਗੁਰਚਰਨ ਭਾਈ ਆਪਾਂ ਦੱਸਣਗੇ। ਸੋ ਤੁਹਾਡੇ ਬਾਇਓਮੈਟ੍ਰਿਕ ਸਬਮਿਟ ਹੋ ਗਏ, ਮੈਡੀਕਲ ਦਾ ਸਟੇਟਸ ਤੁਹਾਡੀ ਪ੍ਰੋਫਾਈਲ 'ਚ ਸ਼ੋ ਹੋ ਗਿਆ ਸੀਗਾ ਕਿ ਪਾਸ ਹੋ ਗਿਆ, ਬਾਇਓਮੈਟ੍ਰਿਕ ਵੀ ਆਪਾਂ ਸਬਮਿਟ ਕਰਾ ਗਏ। ਠੀਕ ਹੈ। ਇਸ ਤੋਂ ਬਾਅਦ ਆਉਂਦਾ ਕਿ ਮਤਲਬ ਸਭ ਤੋਂ ਔਖਾ ਟਾਈਮ ਆਉਂਦਾ ਪੇਸ਼ੈਂਸ ਲੈਵਲ। ਹੁਣ ਆਪਾਂ ਟੈਸਟ ਕਰਨੀ ਪੇਸ਼ੈਂਸ, ਮਤਲਬ ਆਪਣੀ ਪੇਸ਼ੈਂਸ ਤੁਸੀਂ ਚੈੱਕ ਕਰਨੀ ਹੈ ਇਹਦੇ ਤੇ। ਮੈਂ ਕਹਿੰਦਾ ਕਿ ਇਹ ਵਾਲੀ ਜਰਨੀ ਨੇ ਮੇਰਾ ਪੇਸ਼ੈਂਸ ਲੈਵਲ ਬਹੁਤ ਇਨਕਰੀਜ਼ ਕਰਤਾ। ਕਿਉਂਕਿ ਜਦੋਂ ਤੁਸੀਂ ਆਪਣੀ ਪ੍ਰੋਫਾਈਲ ਨੂੰ ਲੋਕਾਂ ਨਾਲ ਕੰਪੇਅਰ ਕਰੋਗੇ, ਇੱਥੇ ਇੱਕ ਵੈਬਸਾਈਟ ਵੀ ਹੈਗੀ ਇਮੀ ਟਰੈਕਰ ਕੀ ਹੈ, ਲੋਕੀ ਆਪਣੀ ਟਾਈਮਲਾਈਨ ਪਾ ਦਿੰਦੇ ਕਿ ਮੈਂ 12 ਜੂਨ ਨੂੰ ਆਪਣੀ ਫਾਈਲ ਸਬਮਿਟ ਕੀਤੀ ਸੀ। ਇਹ ਕੇਸ 'ਚ 12 ਜੂਨ ਨੂੰ ਮੈਂ ਫਾਈਲ ਸਬਮਿਟ ਕੀਤੀ, ਉਸ ਤੋਂ ਐਗਜ਼ੈਕਟ ਤੁਹਾਡੀ ਇੱਕ ਟਾਈਮਲਾਈਨ ਸ਼ੁਰੂ ਹੋ ਜਾਂਦੀ। ਉਹ ਪ੍ਰੋਫਾਈਲ ਦੇ ਵਿੱਚ ਨਾ ਤੁਹਾਨੂੰ ਮੈਂ ਹੁਣੇ ਦਿਖਾਵਾਂਗਾ ਕਿ ਇੱਕ ਸਕਰੀਨਸ਼ਾਟ ਦੇ ਵਿੱਚ ਮਹੀਨੇ ਮਤਲਬ ਮੰਥ ਸ਼ੁਰੂ ਹੋ ਜਾਂਦੇ ਆ ਕਿ ਤੁਹਾਡੀ 12 ਜੂਨ ਤੋਂ ਲੈ ਕੇ 12 ਦਸੰਬਰ ਤੱਕ ਤੁਹਾਡੇ ਮਤਲਬ 6 ਮਹੀਨੇ ਲੱਗਦੇ। 6 ਮਹੀਨੇ ਦੇ ਵਿੱਚ ਕਦੇ ਵੀ ਆ ਸਕਦੀ ਹੈ। ਕਿਸੇ ਦੀ PR ਦੀ ਮੇਲ 1 ਮਹੀਨੇ 'ਚ ਆ ਜਾਂਦੀ, ਕਿਸੇ ਦੀ 2 3 4 5 8 'ਚ ਵੀ ਆਉਂਦੀ ਆ। ਸੋ ਪੇਸ਼ੈਂਸ ਲੈਵਲ ਇੱਥੇ ਟੈਸਟ ਹੁੰਦਾ ਤੁਹਾਡਾ। ਮੇਰੀ ਜਿਹੜੀ PR ਦੀ ਮੇਲ ਆਈ ਸੀਗੀ 3 ਦਸੰਬਰ ਨੂੰ ਆਈ ਸੀ, ਮਤਲਬ 5 ਮਹੀਨੇ 21 ਜਾਂ 22 ਦਿਨਾਂ 'ਚ ਆ ਗਈ ਸੀਗੀ, 5 ਮਹੀਨੇ 21 ਜਾਂ 22 ਦਿਨਾਂ 'ਚ। ਔਰ ਇਹ ਜਿਹੜਾ ਪੀਰੀਅਡ ਸੀਗਾ ਤੁਹਾਡੇ ਬਾਇਓਮੈਟ੍ਰਿਕ ਤੋਂ ਬਾਅਦ, ਤੁਸੀਂ ਸਿਰਫ ਹੋਰ ਕੁਝ ਨਹੀਂ ਕਰਨਾ, ਸਿਰਫ PR ਦੀ ਮੇਲ ਦੀ ਵੇਟ ਕਰਨੀ। ਠੀਕ ਹੈ। ਮੈਂ ਸਿਰਫ CIC ਨੂੰ 2 ਵਾਰੀ ਕੰਟੈਕਟ ਕੀਤਾ ਸੀਗਾ। ਠੀਕ ਹੈ। ਔਰ ਇੱਕ ਟੈਲਨਾਓ ਐਪਲੀਕੇਸ਼ਨ ਹੈਗੀ ਹੈ, ਟੈਕਸਨਾਓ ਐਪਲੀਕੇਸ਼ਨ ਆ ਐਂਡਰੋਇਡ ਦੀ। ਠੀਕ ਹੈ। ਉਹਦੇ ਵਿੱਚ ਤੁਸੀਂ ਆਪਣਾ 64 ਜਦੋਂ ਏਰੀਆ ਕੋਡ ਭਰੋਗੇ ਤਾਂ ਤੁਹਾਨੂੰ ਇੱਕ ਕੈਨੇਡਾ ਦਾ ਨੰਬਰ ਮਿਲ ਜਾਂਦਾ। ਠੀਕ ਹੈ ਜੀ। ਕੈਨੇਡੀਅਨ ਨੰਬਰ ਮਿਲ ਜਾਂਦਾ, ਉਹਦੇ ਤੋਂ ਤੁਸੀਂ ਕਿਸੇ ਵੀ ਕੈਨੇਡੀਅਨ ਨੰਬਰ ਨੂੰ ਕਾਲ ਕਰ ਸਕਦੇ ਹੋ। ਮੈਂ CIC ਨੂੰ 2 ਵਾਰੀ ਕਾਲ ਕੀਤੀ ਸੀਗੀ, ਸ਼ਾਮੀ 5:30 ਵਜੇ ਕਰੋ ਸ਼ਾਮੀ। ਠੀਕ ਹੈ। ਤੇ CIC ਦੇ ਜਿਹੜੇ ਕਸਟਮਰ ਰਿਪਰੈਜ਼ੈਂਟੇਟਿਵ ਹੁੰਦੇ ਆ ਉਹਨਾਂ ਨਾਲ ਗੱਲ ਹੋ ਜਾਂਦੀ ਹੈ, ਉਹਨੂੰ ਦੱਸੋ ਆਪਣੀ ਡਿਟੇਲ, ਉਹ ਵੈਰੀਫਾਈ ਕਰਦੇ, ਫਿਰ ਉਹ ਤੁਹਾਡੀ ਪ੍ਰੋਫਾਈਲ ਦਾ ਸਟੇਟਸ ਦੱਸ ਦਿੰਦੇ ਆ ਕਿ ਤੁਹਾਡਾ ਐਲੀਜੀਬਿਲਟੀ ਚੈੱਕ ਹੋ ਗਈ ਜਾਂ ਨਹੀਂ, ਪੁਲਿਸ ਕਲੀਅਰੈਂਸ ਚੈੱਕ ਹੋ ਗਿਆ ਜਾਂ ਨਹੀਂ, ਬੈਕਗਰਾਊਂਡ ਚੈੱਕ ਹੋ ਗਿਆ ਜਾਂ ਨਹੀਂ। ਠੀਕ ਹੈ। ਤੇ ਮੈਂ ਜਦੋਂ ਦੂਸਰੀ ਵਾਰੀ ਮੈਂ ਕਾਲ ਕੀਤੀ, ਮੈਨੂੰ ਉਸ ਤੋਂ ਅਗਲੇ ਦਿਨ, ਮੈਂ 2 ਦਸੰਬਰ ਨੂੰ ਕੀਤੀ ਸੀ, 3 ਦਸੰਬਰ ਨੂੰ ਮੈਨੂੰ ਸਵੇਰੇ 9:30 ਵਜੇ ਮੇਲ ਆ ਗਈ ਸੀ। ਮੇਲ ਆਉਂਦੀ ਹੈ ਰੈਡੀ ਫॉर ਵੀਜ਼ਾ। ਸੋ ਆਪਾਂ ਹੁਣ ਇਹ ਮੇਲ ਮਤਲਬ ਇਹਨੂੰ ਗੋਲਡਨ ਮੇਲ ਵੀ ਕਹਿੰਦੇ ਆ। ਔਰ ਫਿਰ ਜਦੋਂ ਆਪਾਂ ਨੂੰ ਆਪਣੇ ਕੋਲ ਰੈਡੀ ਫॉर ਵੀਜ਼ਾ ਮੇਲ ਆ ਗਈ, ਉਹਦੇ ਵਿੱਚ ਲਿਖਿਆ ਹੁੰਦਾ ਕਿ ਤੁਸੀਂ ਆਪਣੀ 2 ਫੋਟੋਆਂ, ਡਿਜੀਟਲ ਫੋਟੋਆਂ ਜਿਹੜੀਆਂ ਤੁਸੀਂ ਪਹਿਲਾਂ ਖਿਚਾਈਆਂ ਸੀ, ਸੇਮ ਸਾਈਜ਼ ਦੀਆਂ ਨਾਲ ਆਪਣਾ ਓਰੀਜਨਲ ਪਾਸਪੋਰਟ, ਤੇ ਇਹ ਜਿਹੜੀ ਮੇਲ ਆਈ ਹੈ ਇਹਦਾ ਪ੍ਰਿੰਟ ਆਊਟ ਲੈ ਕੇ ਫਿਰ ਉਹੀ ਵੀਜ਼ਾ ਆਫਿਸ ਜਾਣਾ ਜਿੱਥੇ ਆਪਾਂ ਬਾਇਓਮੈਟ੍ਰਿਕ ਦਿੱਤੇ ਸੀਗੇ। ਉੱਥੇ ਜਾਓ, ਵੀਜ਼ਾ ਆਫਿਸ ਆਪਣਾ ਪਾਸਪੋਰਟ ਜਮ੍ਹਾਂ ਕਰਾ ਕੇ ਆ ਜਾਓ। ਉੱਥੇ ਪੈਸੇ ਵੀ ਲੱਗਦੇ ਆ, 440 ਰੁਪਏ ਫੀਸ ਸੀਗੀ, ਕਿ ਮੈਂ ਉਹ ਦੇ ਕੇ ਆਪਾਂ ਪਾਸਪੋਰਟ ਜਮ੍ਹਾਂ ਕਰਾ ਦਿੱਤਾ, ਜਮ੍ਹਾਂ ਕਰਾ ਕੇ ਵਾਪਸ ਆ ਜਾਓ। ਉੱਥੇ ਫਿਰ ਤੁਹਾਡੇ ਕੋਲ ਡਿਲੀਵਰੀ ਐਡਰੈਸ ਪੁੱਛਦੇ ਆ ਕਿ ਤੁਸੀਂ ਪਾਸਪੋਰਟ ਕਿੱਥੇ ਡਿਲੀਵਰ ਕਰਨਾ। ਤੁਸੀਂ ਆਪ ਵੀ ਉੱਥੇ ਜਾ ਕੇ ਮਤਲਬ ਲੈ ਸਕਦੇ ਹੋ। ਤੇ 1 ਹਫ਼ਤੇ ਦੇ ਵਿੱਚ, ਜਿਹੜਾ ਪ੍ਰਾਈਵੇਟ ਡਿਲੀਵਰੀ ਵਾਲੇ ਹੁੰਦੇ ਆ, 1 ਹਫ਼ਤੇ ਦੇ ਵਿੱਚ ਪਾਸਪੋਰਟ ਆ ਜਾਂਦਾ ਤੁਹਾਡਾ। ਠੀਕ ਹੈ ਜੀ। ਉਹਦੇ ਉੱਤੇ 4 ਮਹੀਨੇ ਦਾ ਵੀਜ਼ਾ ਲੱਗਿਆ ਹੁੰਦਾ, ਮਤਲਬ ਮੇਰਾ ਅਪ੍ਰੈਲ 2020 ਤੱਕ ਦਾ ਵੀਜ਼ਾ। ਠੀਕ ਹੈ। ਤੇ ਹੁਣ ਆਪਾਂ ਉਸ ਤੋਂ ਪਹਿਲਾਂ ਲੈਂਡ ਕਰਨਾ ਉੱਥੇ। ਠੀਕ ਹੈ। ਤੇ ਮਤਲਬ ਆਹ ਸੀਗੀ ਪੂਰੀ ਜਰਨੀ। ਸੋ ਕਿਵੇਂ ਆਇਲਟਸ ਤੋਂ ਲੈ ਕੇ PR ਮੇਲ ਤੱਕ ਦਾ
ਪ੍ਰੋਸੈਸ ਸੀਗਾ। ਹੂੰ ਤੇ ਬਾਕੀ ਆਪਾਂ ਸਾਰੀ ਡਿਟੇਲ ਜਿੰਨੇ ਡਾਕੂਮੈਂਟਸ ਹੈਗੇ, ਕਿਹੜੇ ਕਿਹੜੇ ਲਿੰਕਸ ਹੈਗੇ ਆ, ਉਹ ਸਾਰੇ ਨੀਚੇ ਡਿਸਕ੍ਰਿਪਸ਼ਨ 'ਚ ਪਾ ਦਾਂਗੇ। ਤੇ ਬਾਕੀ ਸਾਰੇ ਸਟੈਪਸ ਇੱਕ ਇੱਕ ਕਰਕੇ ਅਸੀਂ ਡਿਸਕ੍ਰਿਪਸ਼ਨ 'ਚ ਐਡ ਕਰਾਂਗੇ, ਜਿਹਨੂੰ ਤੁਸੀਂ ਫੋਲੋ ਕਰਨਾ ਆ। ਮੰਨ ਲਓ ਤੁਸੀਂ ਇੱਕ ਸਟੈਪ ਕਰ ਲਿਆ, ਫਿਰ ਨੈਕਸਟ ਸਟੈਪ, ਫਿਰ ਨੈਕਸਟ ਸਟੈਪ। ਇੱਕ ਮੈਂ ਇੱਕ ਇਹਦੀ ਗੂਗਲ ਡਾਕਸ ਦੀ ਫਾਈਲ ਸ਼ੇਅਰ ਕਰ ਲੂੰਗਾ, ਜਿਹਨੂੰ ਤੁਸੀਂ ਫੋਲੋ ਕਰ ਸਕਦੇ ਹੋ ਐਜ਼ ਅ ਰੋਡ ਮੈਪ, ਜਿਹਨੂੰ ਫੋਲੋ ਕਰਕੇ ਤੁਸੀਂ ਨੈਕਸਟ ਸਟੈਪ, ਨੈਕਸਟ ਸਟੈਪ, ਨੈਕਸਟ ਸਟੈਪ 'ਤੇ ਜਾ ਸਕਦੇ ਹੋ। ਅਤੇ ਜੇ ਕੋਈ ਪ੍ਰੋਬਲਮ ਆਉਂਦੀ ਹੈ, ਤੁਸੀਂ ਵੀਡੀਓ ਦੇ ਨੀਚੇ ਕਮੈਂਟ ਕਰ ਦਿਓ, ਅਤੇ ਫਿਰ ਮੈਂ ਗੁਰਚਰਨ ਭਾਈ ਨੂੰ ਪੁੱਛ ਕੇ ਤੁਹਾਨੂੰ ਦੱਸ ਦੂੰਗਾ ਵੀ ਕੀ ਇਹਦਾ ਹੱਲ ਹੈਗਾ ਹੈ। ਠੀਕ ਹੈ ਜੀ, ਜਿੱਦਾਂ ਆਪਾਂ ਡਿਸਕਸ ਕੀਤਾ ਕਿ ਜਿੱਦਾਂ ਗੁਰਚਰਨ ਭਾਈ ਨੇ ਆਪਣੀ ਸਾਰੀ ਜਰਨੀ ਦੱਸੀ ਆਪਣੀ ਆਇਲਸ ਦੀ, ਕਿੱਥੋਂ ਸਟਾਰਟ ਕੀਤਾ ਅਤੇ ਕਿੱਦਾਂ ਉਹਨੂੰ ਕੈਨੇਡਾ ਦੀ PR ਮਿਲੀ। ਹੁਣ ਇਹਦੇ 'ਚ ਇੱਕ ਮੇਜਰ ਸਟੈਪ ਸੀਗਾ ਆਇਲਸ ਦੇ ਸਕੋਰ ਕਿੱਦਾਂ ਤੁਸੀਂ 8777 ਲੈਣੇ ਆ। ਉਹਦੇ ਰਿਗਾਰਡਿੰਗ ਇੱਕ ਹੋਰ ਵੀਡੀਓ ਬਣਾਉਂਗਾ, ਜਿਹਦੇ 'ਚ ਗੁਰਚਰਨ ਭਾਈ ਤੁਹਾਨੂੰ ਦੱਸਣਗੇ ਵੀ ਕਿੱਦਾਂ ਇਹਨਾਂ ਨੇ ਫੋਲੋ ਕੀਤਾ, ਕਿੱਦਾਂ ਦੀ ਪ੍ਰੈਕਟਿਸ ਕੀਤੀ ਇਹਨਾਂ ਨੇ ਬੇਸਿਕਲੀ, ਅਤੇ ਕਿੱਦਾਂ ਦੀ ਪ੍ਰੈਕਟਿਸ ਕਰਨ ਤੋਂ ਬਾਅਦ ਕੀ ਚੀਜ਼ਾਂ ਨੂੰ ਧਿਆਨ ਰੱਖਿਆ, ਉਹ ਆਪਾਂ ਨੈਕਸਟ ਵੀਡੀਓ ਡਿਸਕਸ ਕਰਾਂਗੇ। ਅਤੇ ਇਹ ਸੀਗਾ ਅੱਜ ਦਾ ਇੰਟਰਵਿਊ ਮੇਰਾ ਗੁਰਚਰਨ ਭਾਈ ਨਾਲ। ਅਤੇ ਠੀਕ ਹੈ ਜੀ, ਮਿਲਦੇ ਹਾਂ ਨੈਕਸਟ ਵੀਡੀਓ ਵਿੱਚ। ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।